ਜੋ ਕੁਝ ਹੋਇਆ ਉਸ ਦਿਨ ਯੂਨੀਵਰਸਿਟੀ ਦੇ ਅੰਦਰ ਉਸ ਨੂੰ ਤੁਸੀਂ ਕਿਵੇਂ ਸਮਝਦੇ ਹੋ? कदों मंत्री कहते भी अच्छा 25 की 26 बनाओ क्योंकि साडी पार्टी का बंदा है फिर किमें बनाएंगे। सो इन्होंने ऐ दखलअंदाजी करने का कोई अधिकार नहीं। ये जेड़ा प्रशासनिक रूल है वो तोड़ता मंत्री सज़ा कौन दे इसका। राज बहादुर ये इज्जत करते हुए गए ने इतने स्पाइन सेंटर से उन्हें सर्जरी रखी हुई थी। सर्जरी करनी सी 9 बजे, उन्हें सवेरे 5 बजे सर्जरी करी। जेड़ा बंदा 5 बजे सर्जरी करके सर्जरी निपटा के उत्थे पहुँचता भी चलो मंत्री आ रहे हैं, वो भी उन्होंने पता लगे दस्या नहीं किसी ने। ਇੱਕ ਧਿਰ ਤਾਂ ਇਹ ਕਹਿ ਰਹੀ ਹੈ ਕਿ ਮੰਤਰੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਇੱਕ ਵੱਡੀ ਪੋਸਟ ਹੈ, ਵਾਈਸ ਚਾਂਸਲਰ ਦਾ ਸਤਿਕਾਰ ਹੋਣਾ ਚਾਹੀਦਾ। ਪਰ ਇੱਕ ਧਿਰ ਉਹ ਵੀ ਹੈ ਜਿਹੜੀ ਕਹਿ ਰਹੀ ਹੈ ਕਿ ਜੇਕਰ ਮੈਲੇ ਗੱਦਿਆਂ ਤੇ ਮਰੀਜ਼ ਪਾਏ ਜਾ ਸਕਦੇ ਆ ਤੇ ਫਿਰ ਅਧਿਕਾਰੀ ਕਿਉਂ ਨਹੀਂ? मैं ये भी कहना भी जे गद्दे गंदे ने माड़ी गल है, पर जे यही लॉजिक है इन्हों का कि जे उत्थे मरीज पै सकते हैं तो फिर जे आम बंदे बसां च टुटियां जा रहे हैं फिर मंत्री भी बसां जाया करे। मंत्री क्यों नहीं जा सकता बस च? उत्थे लिखा भी होंगे फॉर MLA रिजर्व फॉर MLA रिजर्व फॉर MP, मंत्री बस जाए। ये गल्लां की मारते हैं? तुसीं पैसा कोई दे नहीं रहे, तुसीं जाके उसे फिर थोड़े यही MLA जोड़े माजरा जी ये MLA सीगे, इन्हों ने बजट पास करिया, इन्हों ने पढ़िया भी तुसीं ये भाई फरीदकोट में बजट क्यों नहीं दे रहे हस्पताल में? इन्हों ढिले का नहीं पता, कदे आप वही जी पढ़ाई नहीं करी, कदे साइंस नहीं पढ़ी, कदे इन्हों पता नहीं इम्तिहान की चीज़ होंगी है। पहली गल है पहलियां सरकारां च जे किसी ने माड़ी मोटी दखलअंदाजी करने की कोशिश करी, मैं उस यूनिवर्सिटी च रहा, मंत्रियों ने करी सी कोशिश, असीं कहंदे असीं नहीं मंनदे। आ स्पाइन सेंटर चलता होवे, ये अज एक भी स्पाइन सर्जन लभ के दिखाना पंजाब में, एक वाइस चांसलर है। मंत्री ने पता होना चाहिए भी वाइस चांसलर ਉਹਦਾ ਕੀ, मैं किद्दां बर्ताव करना है। जे अफसर काम नहीं करता उन्होंने सज़ा दो, थोड़े को रूल ने। जो वो ज़्यादा ही खराब कर दो नौकरी छोड़ दो, तो होर भी ज़्यादा खराब कर दो तो केस बना के अंदर कर दो। जिन्होंने हस्पताल बनाए, जिन्हों के खून पसीने की कमाई नाले बने ने, जिन्हों के टैक्सां चो चलते हैं, मैं उन्हों का ऋणी हाँ, मैं इन्होंने मंत्रियों का ऋणी नहीं हाँ। ਕਿ ਸਿਰਫ ਵਾਹ ਖੱਟਣ ਲਈ ਕਿ 4 ਕੈਮਰੇ ਬੁਲਾ ਲਓ ਤੇ ਉੱਥੇ ਗਹਿਮਾ ਕਰ ਦਿਓ ਤੇ ਇਸ ਦੇ ਨਾਲ ਨੰਬਰ ਖੱਟ ਕੇ ਜਿਹੜਾ ਡੈਂਟ ਵੱਜ ਰਿਹਾ ਇੱਕ ਸੁਸਾਇਟੀ ਦੇ ਅੰਦਰ, ਸਮਾਜ ਦੇ ਅੰਦਰ, ਉਹ ਤਾਂ ਬੜਾ ਖਤਰਨਾਕ ਹੈ। ਇਹ ਤੌਰ ਤਰੀਕਾ ਕਿ ਤੁਸੀਂ ਮਾਈਕ ਲੈ ਕੇ ਤੁਸੀਂ ਮੀਡੀਆ ਲੈ ਕੇ ਚਲੇ ਜਾਓ ਕਿਸੇ ਵੀ ਦਫ਼ਤਰ 'ਚ, ਕੱਲਾ ਹਸਪਤਾਲ ਦੀ ਗੱਲ ਨਹੀਂ ਮੈਂ ਕਰਦਾ, ਇਹ ਤੌਰ ਤਰੀਕਾ ਪ੍ਰਸ਼ਾਸਨ ਨੂੰ ਟੋਟਲ ਤੋੜ ਦਿੰਦਾ, ਲੋਕਾਂ 'ਤੇ ਫਾਲਤੂ ਦਬਾਅ ਦੇ ਦਿੰਦਾ। ਅਜੇ ਇਹਨਾਂ ਨੂੰ ਹੰਕਾਰ ਹੈ, ਹੋਰ 6 ਮਹੀਨਿਆਂ ਨੂੰ ਦੇਖੋ ਇਹਨਾਂ ਦਾ ਹਾਲ ਕੀ ਹੁੰਦਾ ਜੇ ਇਹੀ ਆ ਰਿਹਾ। ਪਿਛਲੇ ਦਿਨੀ ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਦੇ ਅੰਦਰ ਇੱਕ ਅਜਿਹਾ ਘਟਨਾਕ੍ਰਮ ਵਾਪਰ ਜਾਂਦਾ ਹੈ ਜਿਸ ਦੇ ਨਾਲ ਸਿੱਧੇ ਤੌਰ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੇ ਨੇ ਤੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ, ਜਿਨ੍ਹਾਂ ਦਾ ਇੱਕ ਲੰਮਾ ਤਜਰਬਾ ਮੈਡੀਕਲ ਫੀਲਡ ਦੇ ਅੰਦਰ ਪ੍ਰਸ਼ਾਸਨਿਕ ਤੌਰ ਦੇ ਉੱਤੇ ਵੀ ਔਰ ਆਪਣੇ ਪੇਸ਼ੇ ਵਜੋਂ ਵੀ, ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ। ਦੋ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ। ਇੱਕ ਪਾਸੇ ਸਿਹਤ ਮੰਤਰੀ ਨੂੰ ਸਹੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਕਿ ਸਿਹਤ ਮੰਤਰੀ ਨੇ ਜੋ ਕੀਤਾ ਉਹ ਠੀਕ ਕੀਤਾ, ਕਿਉਂਕਿ ਮੈਲੇ ਗੱਦਿਆਂ ਦੇ ਉੱਤੇ, ਮੈਲੇ ਬੈੱਡਾਂ ਦੇ ਉੱਤੇ ਮਰੀਜ਼ ਵੀ ਤਾਂ ਪੈਂਦੇ ਨੇ। ਜੇਕਰ ਮੰਤਰੀ ਨੇ ਇੱਕ ਵਾਈਸ ਚਾਂਸਲਰ ਨੂੰ ਉਸ ਦੇ ਉੱਤੇ ਪੈਣ ਲਈ ਕਹਿ ਦਿੱਤਾ ਤਾਂ ਕਿੱਡਾ ਕੁ ਵੱਡਾ ਗੁਨਾਹ ਹੈ। ਪਰ ਦੂਜੇ ਪਾਸੇ ਸੰਸੀਅਰ ਲੋਕਾਂ ਦੀ ਜਿਹੜੀ ਗੱਲ ਹੈ ਉਹ ਇਹ ਕਹਿ ਰਹੇ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਅਖਲਾਕੀ ਤੌਰ ਤੇ ਬਿਲਕੁਲ ਗਲਤ ਹੈ। ਮੇਰੇ ਨਾਲ ਇਸ ਮਸਲੇ ਤੇ ਗੱਲਬਾਤ ਕਰਨਗੇ ਉਸੇ ਹੀ ਯੂਨੀਵਰਸਿਟੀ ਦੇ ਵਿੱਚ ਸੇਵਾਵਾਂ ਵੀ ਉਹਨਾਂ ਨੇ ਨਿਭਾਈਆਂ, ਮੈਡੀਕਲ ਫੀਲਡ ਦੇ ਵਿੱਚ ਵੀ ਵੱਡਾ ਕੰਮ ਹੈ, ਬਾਕੀ ਦੇ ਨਾਲੋਂ ਕਾਲਮ ਵੀ ਲਿਖਦੇ ਨੇ ਅਖਬਾਰਾਂ ਦੇ ਵਿੱਚ ਔਰ ਮੀਡੀਆ ਦੇ ਵਿੱਚ ਬੋਲਦੇ ਨੇ। ਸਾਬਕਾ ਰਜਿਸਟਰਾਰ ਡਾਕਟਰ ਪਿਆਰੇ ਲਾਲ ਗਰਗ ਮੇਰੇ ਨਾਲ ਨੇ। ਡਾਕਟਰ ਸਾਹਿਬ, ਜੋ ਕੁਝ ਹੋਇਆ ਉਸ ਦਿਨ ਯੂਨੀਵਰਸਿਟੀ ਦੇ ਅੰਦਰ ਉਸ ਨੂੰ ਤੁਸੀਂ ਕਿਵੇਂ ਸਮਝਦੇ ਹੋ? देखो गल ये है लाडूका जी भी ਜਿਹੜੀ यूनिवर्सिटी है ਉਹਦਾ ਆਪਦਾ ਇੱਕ ਦਾਇਰਾ ਹੈ ਕੰਮ ਕਰਨ ਦਾ, ਉਹ 'ਚ ਮੰਤਰੀ ਦਾ ਦਖਲਅੰਦਾਜ਼ੀ ਹੋ ਹੀ ਨਹੀਂ ਸਕਦੀ। ਇਹ ਐਵੇਂ ਨਹੀਂ ਰੱਖਿਆ ਵੀ ਯੂਨੀਵਰਸਿਟੀਆਂ ਚਾਂਸਲਰ ਜਿਹੜਾ ਉਹ ਗਵਰਨਰ ਸਾਹਿਬ ਹੋਣਗੇ ਜਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੋਣਗੇ। ਉਹ ਇਸੇ ਵਾਸਤੇ ਰੱਖਿਆ ਹੋਇਆ ਹੈ ਕਿ ਸਿਆਸਤ ਦਾ ਕੱਲ੍ਹ ਨੂੰ ਸਿਆਸਤ ਦਖਲਅੰਦਾਜ਼ੀ ਕਰਕੇ ਕਹਿ ਦੇਣਗੇ ਇਹਨੂੰ ਝੂਠੀ ਡਿਗਰੀ ਦੇ, ਪਰਸੋਂ ਨੂੰ ਕਹਿਣਗੇ ਇਹਨੂੰ ਪਾਸ ਕਰ, ਚੌਥੇ ਨੂੰ ਕਹਿਣਗੇ ਇਹਨੂੰ ਨਕਲ ਮਰਵਾ, ਅਤੇ ਫਿਰ ਇਹੀ ਕਰੀ ਜਾਣਗੇ। ਇੱਦਾਂ ਹੀ ਹਸਪਤਾਲ 'ਚ ਕੱਲ੍ਹ ਨੂੰ ਮੰਤਰੀ ਕਹਿ ਦੇ ਵੀ ਇੱਥੇ 25 ਦੀ 26 ਬਣਾਓ ਕਿਉਂਕਿ ਸਾਡੀ ਪਾਰਟੀ ਦਾ ਬੰਦਾ ਹੈ, ਫਿਰ ਕਿਵੇਂ ਬਣਾਉਣਗੇ? ਸੋ ਇਹਨਾਂ ਨੂੰ ਐਂ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ। ਇਹ ਫਾਰਮਲ ਮੀਟਿੰਗ ਬੁਲਾਉਣ, ਮੇਰੇ ਨਾਲ ਕਈ ਵਾਰੀ ਹੋਇਆ, ਮੈਂ ਕਹਿੰਦਾ ਜੀ ਤੁਸੀਂ ਚਿੱਠੀ ਭੇਜੋ, ਉਹਦੇ 'ਤੇ ਲਿਖੋ ਵੀ ਕਾਹਦੇ ਵਾਸਤੇ ਮੀਟਿੰਗ ਬੁਲਾਉਣੀ ਹੈ, ਫਿਰ ਅਸੀਂ ਆਵਾਂਗੇ। ਇਹ ਥੋੜ੍ਹਾ ਵੀ ਤੁਸੀਂ ਆ ਜਾਓ ਜੀ, ਜੋ ਮੈਂ ਤੁਹਾਡੇ ਕੋਲ ਆ ਗਿਆ ਜੀ, ਇਹ ਕੋਈ ਅਸੀਂ ਵਿਆਹ 'ਚ ਜਾ ਰਹੇ ਹਾਂ, ਈਵਨ ਵਿਆਹ 'ਚ ਵੀ ਲੋਕ ਗੰਨਾ ਭੇਜਦੇ ਨੇ, ਚਿੱਠੀ ਲਿਖ ਕੇ ਭੇਜਦੇ ਨੇ, ਜੇ ਨਾ ਭੇਜੋ ਨਾਰਾਜ਼ ਹੋ ਜਾਂਦੇ ਨੇ। ਸੋ ਇਸ ਕਰਕੇ ਬਿਨਾਂ ਬੁਲਾਏ ਨਹੀਂ, ਇਹ ਜਾ ਕੇ ਉੱਥੇ ਫਿਰ ਮੰਤਰੀ ਜਾ ਰਿਹਾ, ਮੰਤਰੀ ਨੇ ਸੈਕਟਰੀ ਨੂੰ ਕਿਉਂ ਨਹੀਂ ਨਾਲ ਲਿਆ? ਮੰਤਰੀ ਆਪੇ ਇਕੱਲਾ ਜਾਂਦਾ, ਇਹਦਾ ਮਤਲਬ ਉਹਨੇ ਸਾਰੀ ਮਰਿਆਦਾ ਤੋੜਤੀ। ਉੱਥੇ ਜਾ ਕੇ ਜਿਹੜਾ ਇੱਕ ਸ਼ਿਸ਼ਟਾਚਾਰ ਹੁੰਦਾ ਉਹ ਤੋੜਤਾ, ਇਹ ਜਿਹੜਾ ਪ੍ਰਸ਼ਾਸਨਿਕ ਰੂਲ ਹੈ ਉਹ ਤੋੜਤਾ। ਮੰਤਰੀ ਨੂੰ ਸਜ਼ਾ ਕੌਣ ਦੇਵੇ ਇਸ ਗੱਲ ਦੀ? ਇਹਦਾ ਮਤਲਬ ਮੰਤਰੀ ਨੂੰ ਤਾਂ ਕੁਝ ਵੀ ਨਹੀਂ ਪਤਾ। ਮੰਤਰੀ ਨੂੰ ਕੱਲੇ ਜਾਣ ਦਾ ਅਧਿਕਾਰ ਨਹੀਂ ਸੀ। ਜੇ ਉਹ ਕੱਲੇ ਜਾਂਦਾ ਉੱਥੇ ਵੈਸੇ ਅਚਾਨਕ ਵਿਜ਼ਿਟ ਕਰਨ
ਫਿਰ ਉਹ ਮੈਡੀਕਲ ਸੁਪਰਡੈਂਟ ਨੂੰ ਬੁਲਾਉਂਦਾ। ਮੈਡੀਕਲ ਸੁਪਰਡੈਂਟ ਵੀ ਭਾਵੇਂ ਨਾ ਆਉਂਦਾ, ਉਹ ਡਿਪਟੀ ਮੈਡੀਕਲ ਸੁਪਰਡੈਂਟ ਨੂੰ ਭੇਜ ਸਕਦਾ ਸੀ, ਕਿਉਂਕਿ ਅਚਾਨਕ ਮੰਤਰੀ ਆ ਗਿਆ। ਹੁਣ ਅਚਾਨਕ ਮੰਤਰੀ ਆ ਗਿਆ ਤਾਂ ਸਾਰਾ ਹਸਪਤਾਲ ਬੰਦ ਕਰ ਦੇਣਾ। ਹੋ ਸਕਦਾ ਜਿਹੜਾ ਮੈਡੀਕਲ ਸੁਪਰਡੈਂਟ ਹੈ ਉਹ ਸਰਜਨ ਵੀ ਹੋਵੇ, ਆਪਰੇਸ਼ਨ ਕਰ ਰਿਹਾ ਹੋਵੇ। ਇਹਦੀ ਇੱਕ ਉਦਾਹਰਨ ਦਿੰਦਾ ਮੈਂ, ਇਹ ਮੰਤਰੀਆਂ ਨੂੰ ਪਤਾ ਨਹੀਂ। ਡਾਕਟਰ ਸੁਸ਼ੀਲਾ ਨਈਅਰ ਗੌਰਮੈਂਟ ਆਫ ਇੰਡੀਆ ਦੀ ਪਹਿਲੀ ਜਿਹੜੀ ਸਰਕਾਰ ਬਣੀ ਆਜ਼ਾਦੀ ਤੋਂ ਬਾਅਦ, ਉਹਦੀ ਹੈਲਥ ਮਿਨਿਸਟਰ ਸੀ ਗੌਰਮੈਂਟ ਆਫ ਇੰਡੀਆ ਦੀ। ਉਹਦਾ ਫੋਨ ਆਇਆ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਨੂੰ। ਪ੍ਰਿੰਸੀਪਲ ਵਾਈਸ ਚਾਂਸਲਰ ਮੁਕਾਬਲੇ ਛੋਟੀ ਪੋਸਟ ਹੁੰਦੀ ਹੈ। ਪ੍ਰਿੰਸੀਪਲ ਸਾਹਿਬ ਕਲਾਸ ਲੈ ਰਹੇ ਸੀ, ਉਹਨਾਂ ਦੇ ਪੀਏ ਨੇ ਆ ਕੇ ਦੱਸਿਆ ਕਿ ਜੀ ਇੱਦਾਂ ਫੋਨ ਆਇਆ। ਉਹ ਕਹਿੰਦੇ ਉਹਨਾਂ ਨੂੰ ਕਹਿੰਦਾ 2 ਘੰਟੇ ਮੇਰੀ ਕਲਾਸ ਚੱਲਣੀ ਹੈ, 2 ਘੰਟੇ ਤੋਂ ਬਾਅਦ ਗੱਲ ਕਰਾਂਗੇ ਜੇ ਕਰਨੀ ਹੋਈ। ਇੱਕ ਪਾਸੇ ਆਜ਼ਾਦੀ 'ਚ ਇਹ ਜ਼ਰੂਰਤ ਵੀ ਹੈ ਡਾਕਟਰਾਂ ਦੇ ਕੋਲ, ਜੇ ਪੇਸ਼ੇ ਵਜੋਂ ਕੰਮ ਕਰ ਰਹੇ ਆ ਤੇ ਉਹ ਮੰਤਰੀ ਨੂੰ ਰੋਕ ਸਕਦੇ ਆ। ਨਹੀਂ, ਮੈਂ ਆਪਰੇਸ਼ਨ ਕਰ ਰਿਹਾ, ਮੇਰੇ ਭਾਵੇਂ ਮੰਤਰੀ ਸੰਤਰੀ ਜਿਹੜਾ ਮਰਜ਼ੀ ਆ ਕੇ ਖੜਾ ਰਹੇ, ਥੋੜ੍ਹੇ ਘੰਟੇ ਮੈਂ ਆਪਰੇਸ਼ਨ ਛੱਡ ਕੇ ਆ ਜਾਊਂਗਾ ਕਿਉਂਕਿ ਮੰਤਰੀ ਸਾਹਿਬ ਆਏ ਨੇ। ਬਈ ਮੇਰੇ ਵਾਸਤੇ ਮਰੀਜ਼ ਦੀ ਜਿਹੜੀ ਜੀਵਨ ਆ ਉਹ ਜ਼ਿਆਦਾ ਜ਼ਰੂਰੀ ਹੈ। ਤੇ ਤੁਸੀਂ ਰਾਜ ਬਹਾਦਰ ਨੂੰ ਬੁਲਾਉਣੇ ਹੋ। ਰਾਜ ਬਹਾਦਰ ਇਹਦੀ ਇੱਜ਼ਤ ਕਰਦੇ ਹੋਏ ਗਏ ਨੇ ਇੱਥੇ ਸਪਾਈਨ ਸੈਂਟਰ 'ਚ, ਉਹਨੇ ਸਰਜਰੀ ਰੱਖੀ ਹੋਈ ਸੀ। ਸਰਜਰੀ ਕਰਨੀ ਸੀ 9 ਵਜੇ, ਉਹਨੇ ਸਵੇਰੇ 5 ਵਜੇ ਸਰਜਰੀ ਕਰੀ। ਜਿਹੜਾ ਬੰਦਾ 5 ਵਜੇ ਸਰਜਰੀ ਕਰਕੇ ਸਰਜਰੀ ਨਿਪਟਾ ਕੇ ਉੱਥੇ ਪਹੁੰਚਦਾ ਵੀ ਚਲੋ ਮੰਤਰੀ ਆ ਰਹੇ ਨੇ, ਉਹ ਵੀ ਉਹਨਾਂ ਨੂੰ ਪਤਾ ਲੱਗਿਆ, ਦੱਸਿਆ ਨਹੀਂ ਕਿਸੇ ਨੇ, ਤੇ ਉਹ ਤਾਂ ਇੰਨੀ ਇੱਜ਼ਤ ਕਰਦੇ ਨੇ, ਉਹ ਗੁਲਦਸਤਾ ਦਿੰਦੇ ਨੇ। ਮੈਂ ਤਾਂ ਨਹੀਂ ਦੇਣਾ ਸੀ ਗੁਲਦਸਤਾ, ਸੱਚੀ ਗੱਲ ਤੁਹਾਨੂੰ ਦੱਸਾਂ, ਮੈਂ ਤਾਂ ਨਹੀਂ ਜਾਣਾ ਸੀ। ਵੀ ਕੋਈ ਨਹੀਂ, ਮੰਤਰੀ ਆਪਣੀ ਮਰਜ਼ੀ ਨਾਲ ਆ ਰਹੇ ਨੇ, ਸਾਨੂੰ ਪਤਾ ਲੱਗ ਗਿਆ, ਮੈਂ ਤਾਂ ਫਿਰ ਵੀ ਨਹੀਂ ਜਾਣਾ ਸੀ। ਵੀ ਜੇ ਮੰਤਰੀ ਕੋਲੇ ਕਟਸੀ ਨਹੀਂ ਕਿ ਉਹ ਮੈਨੂੰ ਦੱਸੇ ਕਿ ਮੈਂ ਆ ਰਿਹਾ, ਫਿਰ ਮੈਂ ਕਾਹਦੇ ਵਾਸਤੇ ਕਟਸੀ ਕਰਨੀ ਹੈ। ਫਿਰ ਜੋ ਕੁਝ ਹੋਇਆ ਇਸ ਨੂੰ ਲੈ ਕੇ ਬਹੁਤ ਸਾਰੇ, ਇੱਕ ਧਿਰ ਤਾਂ ਇਹ ਕਹਿ ਰਹੀ ਹੈ ਕਿ ਮੰਤਰੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਇੱਕ ਵੱਡੀ ਪੋਸਟ ਹੈ, ਵਾਈਸ ਚਾਂਸਲਰ ਦਾ ਸਤਿਕਾਰ ਹੋਣਾ ਚਾਹੀਦਾ, ਜਿਸ ਵਿੱਚ ਤੁਸੀਂ ਵੀ ਹੋ, ਇਸੇ ਹੱਕ ਦੇ ਵਿੱਚ ਬੋਲ ਰਹੇ ਹੋ। ਪਰ ਇੱਕ ਧਿਰ ਉਹ ਵੀ ਹੈ ਜਿਹੜੀ ਕਹਿ ਰਹੀ ਹੈ ਕਿ ਜੇਕਰ ਮੈਲੇ ਗੱਦਿਆਂ ਤੇ ਮਰੀਜ਼ ਪਾਏ ਜਾ ਸਕਦੇ ਆ ਤੇ ਫਿਰ ਅਧਿਕਾਰੀ ਕਿਉਂ ਨਹੀਂ। ਮੈਂ ਇਹ ਸਵਾਲ ਪੁੱਛਦਾ ਵੀ ਮਰੀਜ਼ਾਂ ਨੂੰ ਵਾਈਸ ਚਾਂਸਲਰ ਬਣਾਉਂਦਾ, ਉੱਥੇ ਵਾਈਸ ਚਾਂਸਲਰ ਦੀ ਡਿਊਟੀ ਹਸਪਤਾਲ ਚਲਾਉਣਾ। ਵਾਈਸ ਚਾਂਸਲਰ ਉਸ ਹਸਪਤਾਲ ਜੇ ਆਪਰੇਸ਼ਨ ਵੀ ਕਰਦਾ ਹੈ, ਉਹ ਮੈਡੀਕਲ ਸੁਪਰਡੈਂਟ ਉਹਨੂੰ ਪਰਮਿਸ਼ਨ ਦਿੰਦਾ ਹੈ। ਵਾਈਸ ਚਾਂਸਲਰ ਖੁਦ ਉੱਥੇ ਆਪਰੇਸ਼ਨ ਨਹੀਂ ਕਰ ਸਕਦਾ, ਵਾਈਸ ਚਾਂਸਲਰ ਉੱਥੇ ਮਰੀਜ਼ ਨਹੀਂ ਦੇਖ ਸਕਦਾ, ਕਿਉਂਕਿ ਹਸਪਤਾਲ ਮੈਡੀਕਲ ਸੁਪਰਡੈਂਟ ਦੇ ਅੰਡਰ ਹੈ। ਇਸ ਕਰਕੇ ਉੱਥੇ ਗੱਦੇ ਠੀਕ ਨੇ, ਗਲਤ ਨੇ, ਮਾੜੇ ਨੇ, ਚੰਗੇ ਨੇ, ਉਹਦੀ ਜ਼ਿੰਮੇਵਾਰੀ ਕਿਸੇ ਹੋਰ ਦੀ ਹੈ, ਜਿਹਦੀ ਜ਼ਿੰਮੇਵਾਰੀ ਉਹਨੂੰ ਪੁੱਛ ਲਓ। ਨੰਬਰ 1। ਨੰਬਰ 2, ਲੋਕ ਇਹ ਕਹਿੰਦੇ ਨੇ, ਲੋਕ ਇਹ ਪੁੱਛਣ ਪੈਸੇ ਕਿੱਥੇ ਦਿੰਦੇ ਨੇ ਹੈ। ਉਹ ਭਾਈ ਜਿੰਨਾ ਗੁੜ ਪਾਓਗੇ ਮਿੱਠਾ ਤਾਂ ਉਨਾ ਹੀ ਹੈ। ਪਟਿਆਲਾ ਮੈਡੀਕਲ ਕਾਲਜ, ਅੰਮ੍ਰਿਤਸਰ ਮੈਡੀਕਲ ਕਾਲਜ ਦਾ 221 ਕਰੋੜ ਦਾ ਬਜਟ ਹੈ। ਉੱਥੇ 250 ਸੀਟ ਹੈ MBBS ਦੀ, ਦੋਨਾਂ 'ਚ 250। PG ਦੀ 100 ਸੀਟ ਹੈ। ਫਿਜ਼ੀਓਥੈਰੇਪੀ ਦਾ ਕੋਈ ਕਾਲਜ ਨਹੀਂ, ਨਰਸਿੰਗ ਦਾ ਕੋਈ ਕਾਲਜ ਨਹੀਂ, ਛੋਟੇ ਨੇ ਸੀਟਾਂ ਵਾਲੇ, ਇਹਨਾਂ ਦੇ ਵੱਡਾ ਕਾਲਜ ਹੈ, MSc ਵੀ ਕਰਾਉਂਦੇ ਨੇ। ਇਹਦੇ ਬਾਵਜੂਦ ਇਸ ਕਾਲਜ ਨੂੰ ਕੱਲੀਆਂ ਤਨਖਾਹਾਂ ਵਾਸਤੇ, ਉਹ ਵੀ ਜਿਹੜੇ ਸਰਕਾਰੀ ਮੁਲਾਜ਼ਮ ਲੱਗੇ ਨੇ, ਬਹੁਤ ਸਾਰੇ ਯੂਨੀਵਰਸਿਟੀ ਦੇ ਆਪਦੇ ਭਰਤੀ ਕਰੇ ਹੋਏ ਨੇ, ਉਹਨਾਂ ਨੂੰ ਨਹੀਂ ਕੱਢੇ। ਸਰਕਾਰੀਆਂ ਦਾ 56 ਕਰੋੜ ਰੁਪਏ ਬਜਟ ਦਿੱਤਾ ਹੋਇਆ ਹੈ। ਹਸਪਤਾਲ ਵਾਸਤੇ 10 ਕਰੋੜ ਰੁਪਏ ਦੇ ਉਹਦੇ ਤੁਸੀਂ ਨੌਂਦੇ ਪਾਲਾ ਕੋਕੇ ਪਾਓ, ਉਹਦੀ ਤਾਂ ਸਭ ਨਹੀਂ ਆਉਂਦੀ ਜਿੰਨੇ ਆਪਰੇਸ਼ਨ ਥੀਏਟਰ ਚੱਲਦੇ ਨੇ। ਇਹ ਗੱਲਾਂ ਕੀ ਮਾਰਦੇ ਨੇ, ਤੁਸੀਂ ਪੈਸਾ ਕੋਈ ਦੇ ਨਹੀਂ ਰਹੇ, ਤੁਸੀਂ ਜਾ ਕੇ ਉੱਥੇ ਇਹਨਾਂ, ਮੈਂ ਹੁਣ ਕਹਿਣਾ ਮੰਤਰੀ ਨੇ ਬਜਟ ਨਹੀਂ ਪੜ੍ਹਿਆ, ਮੰਤਰੀ MLA ਸੀ। ਜੇ ਗੱਦੇ 'ਤੇ ਕਹਿੰਦੇ ਨੇ ਲੋਕ ਵੀ ਹੋਰ ਜੇ ਮਰੀਜ਼ਾਂ ਨੂੰ ਪਾਇਆ ਜਾਂਦਾ, ਮਰੀਜ਼ ਟੁੱਟੀਆਂ ਬੱਸਾਂ ਜਾਂਦੇ ਨੇ, ਮੰਤਰੀ ਉਸ ਬੱਸ ਜਾਵੇ, ਇਹਦੀ ਗੱਡੀ ਖੋਵੋ। ਮੰਤਰੀ ਫਿਰ ਮੰਤਰੀ ਕਿਉਂ ਨਹੀਂ ਜਾ ਸਕਦਾ ਬੱਸ 'ਚ? ਉੱਥੇ ਲਿਖਿਆ ਵੀ ਹੁੰਦਾ ਫਾਰ MLA, ਰਿਜ਼ਰਵ ਫਾਰ MLA, ਰਿਜ਼ਰਵ ਫਾਰ MP, ਮੰਤਰੀ ਬੱਸ 'ਚ ਜਾਇਆ ਕਰੇ। ਜੇ ਇਹ ਆਰਗੂਮੈਂਟ ਹੈ, ਹਾਲਾਂਕਿ ਮੈਂ ਇਸ ਗੱਲ ਦੇ ਉਸ 'ਚ ਨਹੀਂ ਹਾਂ, ਮੈਂ ਇਹ ਵੀ ਕਹਿਣਾ ਵੀ ਜੇ ਗੱਦੇ ਗੰਦੇ ਨੇ ਮਾੜੀ ਗੱਲ ਹੈ, ਪਰ ਜੇ ਇਹੀ ਲੌਜਿਕ ਹੈ ਇਹਨਾਂ ਦਾ ਕਿ ਜੇ ਉੱਥੇ ਮਰੀਜ਼ ਪੈ ਸਕਦੇ ਨੇ, ਤੇ ਫਿਰ ਜੇ ਆਮ ਬੰਦੇ ਬੱਸਾਂ 'ਚ ਟੁੱਟੀਆਂ ਜਾ ਰਹੇ ਨੇ, ਫਿਰ ਮੰਤਰੀ ਵੀ ਬੱਸਾਂ 'ਚ ਜਾਇਆ ਕਰੇ। ਫਿਰ ਇਹਨਾਂ ਨੂੰ ਇਨੋਵਾ ਗੱਡੀਆਂ ਕਿਉਂ ਲੈ ਕੇ ਦਿੰਦੇ ਨੇ? ਨਵੀਆਂ ਇਨੋਵਾ ਗੱਡੀਆਂ ਮਿਲਦੀਆਂ ਉਸੇ ਦਿਨ ਹੀ ਜਿੱਦਣ ਸਹੁੰ ਚੁੱਕਦੇ ਨੇ। ਕਿਉਂ ਲੈਂਦੇ ਨੇ? ਗੱਲਾਂ ਮਾਰਦੇ ਨੇ ਇਹ। ਇਹਨਾਂ ਨੂੰ ਢਿੱਲੇ ਦਾ ਨਹੀਂ ਪਤਾ, ਕਦੇ ਆਪ ਉਹੀ ਜਿਹੀ ਪੜ੍ਹਾਈ ਨਹੀਂ ਕਰੀ, ਕਦੇ ਸਾਇੰਸ ਨਹੀਂ ਪੜ੍ਹੀ, ਕਦੇ ਇਹਨਾਂ ਨੂੰ ਪਤਾ ਨਹੀਂ ਇਮਤਿਹਾਨ ਕੀ ਚੀਜ਼ ਹੁੰਦੀ ਹੈ। ਉਹ ਕਿਉਂਕਿ ਉਹ ਇੱਕ ਹਨੇਰੀ ਵਗੀ, ਉਹਦੇ 'ਚੋਂ ਮੰਤਰੀ ਉਹ ਬਣ ਗਏ MLA, ਉਸ ਤੋਂ ਬਾਅਦ ਮੰਤਰੀ ਬਣ ਗਏ, ਇਹਨਾਂ ਦੀ ਅੱਖਾਂ ਫੁੱਟ ਗਈਆਂ। ਇਹਨਾਂ ਨੂੰ ਇਹ ਪਤਾ ਨਹੀਂ ਵੀ ਸਰਕਾਰ ਕਿਵੇਂ ਚੱਲੀ ਦੀ ਹੁੰਦੀ ਹੈ, ਸਰਕਾਰ 'ਚ ਕੋਈ ਤੌਰ ਤਰੀਕਾ ਹੈ। ਜੀ ਡਾਕਟਰ ਸਾਹਿਬ, ਸਵਾਲ ਇਹੀ ਹੈ ਕਿ ਸਰਕਾਰ ਕਿਵੇਂ ਚੱਲਦੀ ਹੈ। ਜੇ ਇਹਨਾਂ ਅੱਜ ਵਾਲਿਆਂ ਨੂੰ ਨਹੀਂ ਪਤਾ ਤਾਂ ਓਵਰਆਲ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ ਕਿ ਮੈਡੀਕਲ ਸਿੱਖਿਆ ਦੇ ਲਈ ਪੰਜਾਬ ਦੇ ਅੰਦਰ ਪਿਛਲੀਆਂ ਸਰਕਾਰਾਂ ਨੇ ਤੇ ਹੋਣ ਵਾਲੀਆਂ ਨੇ ਉਸ ਤਰੀਕੇ ਨਾਲ ਸੁਹਿਰਦਤਾ ਦੇ ਨਾਲ ਲਿਆ ਇਸ ਮਸਲੇ ਨੂੰ ਕਿ ਮੈਡੀਕਲ ਨੂੰ ਉੱਚਾ ਕਿਵੇਂ ਕਰਨਾ। ਦੇਖੋ ਗੱਲ ਇਹ ਹੈ, ਸੁਹਿਰਦਤਾ ਨਾਲ ਲਿਆ ਜਾਂ ਨਾ ਲਿਆ, ਇਹ ਅੱਜ ਇਹ ਸਵਾਲ ਹੈ ਹੀ ਨਹੀਂ ਜੀ। ਅੱਜ ਸਵਾਲ ਅਗਲਾ ਸਵਾਲ ਹੈ, ਉਹ ਤੇ ਮੈਂ ਫਿਰ ਆਉਣਾ ਜੀ। ਪਹਿਲੀ ਗੱਲ ਹੈ, ਪਹਿਲੀਆਂ ਸਰਕਾਰਾਂ 'ਚ ਜੇ ਕਿਸੇ ਨੇ ਮਾੜੀ ਮੋਟੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੀ, ਮੈਂ ਉਸੇ ਯੂਨੀਵਰਸਿਟੀ 'ਚ ਰਿਹਾ ਜੀ, ਮੰਤਰੀਆਂ ਨੇ ਕਰੀ ਸੀ ਕੋਸ਼ਿਸ਼, ਅਸੀਂ ਕਹਿੰਦੇ ਅਸੀਂ ਨਹੀਂ ਮੰਨਦੇ ਜੀ, ਅਤੇ ਮੁੱਖ ਮੰਤਰੀ ਨੇ ਕਿਹਾ ਵੀ ਹਾਂ ਤੁਸੀਂ ਦਖਲਅੰਦਾਜ਼ੀ ਨਹੀਂ ਕਰਨੀ, ਜਾਂ ਸਾਨੂੰ ਕਹਿ ਦੇਣਾ
ਵੀ ਤੁਸੀਂ ਪਰਵਾਹ ਨਾ ਮੰਨੋ, ਆਪਣਾ ਕਰੀ ਜਾਓ। ਜੀ ਗਵਰਨਰ ਸਾਹਿਬ ਕੋਲ ਸਾਡੀ ਸ਼ਿਕਾਇਤ ਕਰਦੇ ਨਹੀਂ ਮੰਤਰੀ ਨੇ, ਅਸੀਂ ਫਿਰ ਗਵਰਨਰ ਸਾਹਿਬ ਨੂੰ ਜਵਾਬ ਦੇ ਦਿੰਦੇ ਸੀ, ਜੋ ਗਵਰਨਰ ਸਾਹਿਬ ਸਾਨੂੰ ਪੁੱਛਦੇ ਸੀ ਵੀ ਉਹਨਾਂ ਨਾਂ ਲਿਖਿਆ, ਕਿਉਂਕਿ ਉਹ ਲਿਖਦੇ ਤਾਂ ਉਲਟਾ ਸੁਲਟਾ ਹੀ ਨੇ, ਐਵੇਂ ਕਿਸੇ ਨੇ ਸ਼ਿਕਾਇਤ ਕਰਵਾਤੀ, ਉਹਨਾਂ ਨੂੰ ਤਾਂ ਪਤਾ ਨਹੀਂ ਕੀ ਹੈ ਕੀ ਨਹੀਂ, ਉਹਨਾਂ ਨੂੰ ਤਾਂ ਲਿਖਣਾ ਵੀ ਚਲੋ ਨਾਲੇ ਵੀ ਇਹਨਾਂ ਦੇ ਵਿਰੁੱਧ ਆਪਾਂ ਲਿਖ ਦਿਓ। ਮੈਨੂੰ ਲੱਗਦਾ ਇਹ ਜੇ ਕੁਝ ਹੋਣਾ ਇਹਦੇ ਕਿਸੇ ਚਮਚੇ ਨੇ ਕਿਹਾ ਹੋਣਾ ਮੰਤਰੀ ਨੂੰ ਵੀ ਉੱਥੇ ਤਾਂ ਆਏ ਆ ਜੀ। ਉਹ ਇੱਕ ਵਾਰਡ ਦੇ ਗੱਦੇ ਦੇਖੀ ਜਾ ਰਹੇ, ਫਿਰ ਬਾਕੀ ਵਾਰਡਾਂ ਦੇ ਗੱਦੇ ਕਿਉਂ ਨਹੀਂ ਦੇਖੇ? ਮੈਨੂੰ ਦੱਸੋ, 500 ਬੈੱਡ ਦਾ ਹਸਪਤਾਲ ਹੈ ਉਹ, ਉੱਥੇ ਫਿਜ਼ੀਓਥੈਰੇਪੀ ਦਾ ਵੱਖਰਾ ਹਸਪਤਾਲ ਚੱਲ ਰਿਹਾ, ਨਰਸਿੰਗ ਦਾ ਵੱਖਰਾ ਕਾਲਜ ਚੱਲ ਰਿਹਾ, ਉਹਨੇ ਦੇਖਿਆ? ਉਹਨੇ ਦੇਖਿਆ ਵੀ ਉੱਥੇ ਪੜ੍ਹਾਉਣ ਦੀਆਂ, ਉਹ ਕਾਲਜ ਪੜ੍ਹਾਉਣ ਵਾਸਤੇ ਹੈ, ਯੂਨੀਵਰਸਿਟੀ ਸਾਰੇ ਕਾਲਜਾਂ ਨੂੰ ਡਿਗਰੀਆਂ ਦੇਣ ਵਾਸਤੇ ਹੈ। ਅਤੇ ਜਿਹੜੇ ਰਾਜ ਬਹਾਦਰ ਜੀ ਨੇ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ, ਉਹ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਹੀਂ ਹੈ। ਤਾਂ ਵਾਈਸ ਚਾਂਸਲਰ ਸਾਹਿਬ ਇੰਨੇ ਬੇਵੱਸ ਹੋ ਜਾਂਦੇ ਆ ਜਦੋਂ ਉਹਨਾਂ ਨੂੰ ਆਪੋਜੀਸ਼ਨ ਵੀ ਮਿਲ ਜਾਂਦੀ ਹੈ। ਜਦੋਂ ਸਰਜਰੀ ਕਰ ਰਹੇ ਸੀ ਉਦੋਂ ਵੀ, ਜਦੋਂ ਤੁਸੀਂ ਕਿਹਾ ਇੱਕ ਦਿਨ ਪਹਿਲਾਂ ਉਹ ਸਵੇਰੇ ਸਵੇਰੇ ਸਰਜਰੀ ਕਰਕੇ ਗਏ, ਉਸੇ ਦਿਨ ਮੁੜ ਅਗਲੇ ਦਿਨ ਹੀ ਜਦੋਂ ਗੱਲ ਆਉਂਦੀ ਹੈ, ਚਰਚਾ ਦਾ ਵਿਸ਼ਾ ਬਣ ਜਾਂਦੀ ਹੈ, ਤਾਂ ਭਾਵੁਕ ਹੋ ਗਏ, ਬੇਵੱਸ ਨਜ਼ਰ ਆਏ। ਜਦੋਂ ਇਸ ਤਰ੍ਹਾਂ ਦਾ ਪ੍ਰੈਸ਼ਰ ਬਣ ਜਾਂਦਾ ਕਿਸੇ ਉੱਚ ਅਧਿਕਾਰੀ ਦੇ ਉੱਤੇ, ਉੱਚ ਅਹੁਦੇ ਵਾਲੇ ਅਫਸਰ ਦੇ ਉੱਤੇ, ਤਾਂ ਫਿਰ ਉਹ ਜਿਹੜਾ ਪੇਸ਼ੇ ਨਾਲ ਵੀ ਕਿਵੇਂ ਇਨਸਾਫ ਕਰ ਸਕੇਗਾ ਜਦੋਂ ਮੈਂਟਲੀ ਪ੍ਰੈਸ਼ਰ ਹੈ? ਨਹੀਂ, ਮੈਂਟਲੀ ਉਹ ਬੇਵੱਸ ਤਾਂ ਮੈਂ, ਉਹ ਰੋਏ ਤਾਂ ਨੇ, ਹੰਝੂ ਤਾਂ ਆਏ ਨੇ ਕਿ ਉਹ ਹਿਊਮਨ ਨੇ। ਜੇ ਉਹ ਇਹ ਸਖਤ ਹੁੰਦੇ, ਉਹ ਕਹਿੰਦੇ ਚਲੋ ਆਪਾਂ ਨੇ ਕੀ ਲੈਣਾ, ਮੰਤਰੀ ਨੇ ਕਿਹਾ 2 ਪਈਆਂ 2 ਵਿਸਰ ਗਈਆਂ ਸਦਕੇ ਮੇਰੀ ਟੂਹੀ ਦੇ, ਇਹ ਨਹੀਂ ਕੋਈ ਗੱਲ, ਉਦੋਂ ਅੱਗੇ ਸਟੈਂਡ ਲੈ ਜਾਂਦੇ। ਉਹ ਤਾਂ ਸਪਾਈਨ ਸੈਂਟਰ ਚੱਲਦਾ ਉਰੇ, ਇਹ ਅੱਜ ਇੱਕ ਵੀ ਸਪਾਈਨ ਸਰਜਨ ਲੱਭ ਕੇ ਦਿਖਾਉਣਾ ਪੰਜਾਬ 'ਚੋਂ। ਕੀ ਗੱਲਾਂ ਕਰਦੇ ਨੇ ਉਹ, ਨਾਲੇ ਉੱਥੇ ਵਾਈਸ ਚਾਂਸਲਰੀ ਚਲਾ ਰਿਹਾ ਹੈ, ਨਾਲੇ ਮੈਂ ਕਹਿੰਦਾ ਮੇਰੇ 100 ਮੱਤ ਭੇਜ ਨੇ ਉਹਦੇ ਨਾਲ। ਆਈ ਐਮ ਨਾਟ ਹੈਪੀ ਵਿਦ ਦੀ ਵਾਈਸ ਚਾਂਸਲਰ, ਆਈ ਟੈਲ ਯੂ। ਮੈਂ 8 ਸਾਲ 'ਚ ਉਹਨੂੰ ਇੱਕ ਅੱਧੀ ਵਾਰੀ ਮੇਰੀ ਗੱਲ ਹੋਈ ਹੋਣੀ ਹੈ, ਕਿਉਂਕਿ ਮੈਂ ਤਾਂ ਮੀਡੀਆ 'ਚ ਹੀ ਟੱਕਰਾਂ ਜਾਂ ਟੱਕਰਾਂ, ਉੱਥੇ ਮੇਰਾ ਕ੍ਰਿਟਿਸ ਮੈਂ ਉਹਦਾ ਕਰਦਾ। ਸੋ ਮੈਂ ਇਹ ਗਲਤ ਨਹੀਂ ਆ ਕਿ ਵੀ ਵਾਈਸ ਚਾਂਸਲਰ ਠੀਕ ਹੈ ਜਾਂ ਗਲਤ ਹੈ, ਜਾਂ ਵਾਈਸ ਚਾਂਸਲਰ ਮੈਂ ਵਾਈਸ ਚਾਂਸਲਰ ਤੋਂ ਮੈਂ ਕੁਛ ਉਹ ਹੀ ਨਹੀਂ ਕਹਿਣਾ, ਪਰ ਇੱਕ ਵਾਈਸ ਚਾਂਸਲਰ ਹੈ, ਮੰਤਰੀ ਨੂੰ ਪਤਾ ਹੋਣਾ ਚਾਹੀਦਾ ਵੀ ਵਾਈਸ ਚਾਂਸਲਰ ਦਾ ਉਹਦਾ ਕੀ ਹੈ, ਮੈਂ ਕਿੱਦਾਂ ਵਰਤਾਓ ਕਰਨਾ ਹੈ। ਪੰਜਾਬੀ ਯੂਨੀਵਰਸਿਟੀ ਉਹਦੇ ਨਾਲ ਕੋਈ ਹਸਪਤਾਲ ਹੈਗਾ? ਉਹਨੂੰ ਤਾਂ 200 ਕਰੋੜ ਰੁਪਈਆ ਦੇ ਰਹੇ ਨੇ, ਇਹ ਹਸਪਤਾਲ ਚਲਾ ਰਹੇ ਨੇ। ਮੈਂ ਤੁਹਾਨੂੰ ਤਾਂ ਦੱਸਦਾ, ਹਸਪਤਾਲ ਵਾਸਤੇ ਇੱਕ ਮੀਟਿੰਗ ਹੋਈ, ਬਾਦਲ ਸਾਹਿਬ ਮੁੱਖ ਮੰਤਰੀ ਸੀਗੇ, ਮੀਟਿੰਗ ਹੋਣੀ ਸੀ, ਅਸੀਂ ਚਲੇ ਗਏ ਮੀਟਿੰਗ ਰੂਮ 'ਚ, ਉੱਥੇ ਇਹਨਾਂ ਦੇ ਇੱਕ ਸੈਕਟਰੀ ਬੈਠੇ, ਸਪੈਸ਼ਲ ਸੈਕਟਰੀ ਸੀ, ਕੌਣ ਸੀਗੇ, ਬੀਬਾ। ਮੈਨੂੰ ਕਹਿੰਦੇ ਅਸੀਂ ਤਾਂ ਤੁਹਾਨੂੰ ਦੇਤਾ ਹਸਪਤਾਲ, ਤੁਸੀਂ ਚਲਾਓ ਨਾ ਚਲਾਓ। ਮੈਂ ਚੁੱਪ ਰਿਹਾ ਵੀ ਚਲੋ ਇਹਨਾਂ ਨੂੰ ਕਹਿ ਲੈਣ ਦਿਓ, ਕੁਛ ਗੱਲਾਂ ਹੁੰਦੀਆਂ ਨੇ, ਮੈਨੂੰ ਪਤਾ ਜਿੱਥੋਂ ਮੈਂ ਗੱਲ ਕਰਾਉਣੀ ਹੈ ਮੈਂ ਉੱਥੇ ਕਰੂੰਗਾ, ਇਹਨਾਂ ਨਾਲ ਕੀ ਕਰਨੀ ਹੈ। ਉਹਨਾਂ ਨੂੰ ਐਂ ਲੱਗਦਾ ਵੀ ਮੈਂ ਬਹੁਤ ਵੱਡੀ ਅਫਸਰ ਹੈ, ਮੈਂ ਕਿਉਂ ਉਹਨਾਂ ਨੂੰ ਇਹ ਕੁਛ ਕਹਿ ਕੇ ਦੱਸਣਾ ਵੀ ਤੁਸੀਂ ਐਡੇ ਵੱਡੇ ਅਫਸਰ ਨਹੀਂ ਹੈਗੇ। ਉਹ ਫਿਰ 2 ਵਾਰੀ ਕਹਿਤਾ। ਮੈਂ ਕਿਹਾ ਬੀਬਾ ਤੁਹਾਨੂੰ ਕਿਹਨੇ ਪੁੱਛਣਾ, ਤੁਹਾਡੀ ਕਿਹੜੀ ਜ਼ਿੰਮੇਵਾਰੀ ਹੈ, ਤੁਸੀਂ ਤਾਂ ਇੱਥੇ ਆਲਣੇ 'ਚ ਬੈਠੇ ਹੋ। ਬਾਦਲ ਸਾਹਿਬ ਤੋਂ ਕਹਾਇਆ ਹੁਣੀ ਆਉਂਦੇ ਨੇ ਵੀ ਅਸੀਂ ਫਰੀਦਕੋਟ 'ਚ 500 ਬੈੱਡ ਦਾ ਹਸਪਤਾਲ ਵੀ ਚਲਾ ਨਹੀਂ ਸਕਦੇ, ਸਾਡੇ ਹੱਥ ਖੜੇ ਨੇ, ਫਿਰ ਮੈਂ ਚਲਾਉਂ। ਬਾਦਲ ਸਾਹਿਬ ਤੋਂ ਕਹਾਓ, ਤੇਰਾ ਨਹੀਂ ਕਹਿਣਾ, ਤੂੰ ਲੋਕਾਂ ਨੂੰ ਜਵਾਬ ਦੇ ਹੀ ਨਹੀਂ, ਫਿਰ ਚੁੱਪ ਕਰਿਓ। ਤਾਂ ਮੈਂ ਦੱਸਣਾ ਬਾਦਲ ਸਾਹਿਬ ਆਏ, ਮੈਂ ਜੀ ਦੱਸੋ ਕੀ ਕਰਨਾ? ਨਹੀਂ ਡਾਕਟਰ ਸਾਹਿਬਾਨ ਜੋ ਤੁਸੀਂ ਚਾਹੋਗੇ ਅਸੀਂ ਦੇਵਾਂਗੇ। ਕਾਕਾ ਜੀ ਜੋ ਕਹੋਗੇ ਦੇਵਾਂਗੇ। ਇਹ ਹੁੰਦਾ ਜਿੱਦਾਂ ਮੰਤਰੀ ਸਾਡੇ ਕੋਲ ਤੋਂ ਆ ਬਿਲਡਿੰਗਾਂ ਬਣਨੀਆਂ ਸੀ, ਮੰਤਰੀ ਕਹਿੰਦਾ ਜੀ ਇਹ ਕਰਜ਼ਾ ਲੈ ਲੈਣ। ਮੈਂ ਕਿਹਾ ਜੀ ਸਾਡੇ ਕੋਲ ਕੋਈ ਟਕਸਾਲ ਲੱਗੀ ਹੈ ਵੀ ਕਰਜ਼ਾ ਲੈ ਲਈਏ, ਇਹ ਬਿਲਡਿੰਗਾਂ ਦਾ ਪੈਸਾ ਤਾਂ ਤੁਹਾਨੂੰ ਪ੍ਰਬੰਧ ਕਰਨਾ ਪਊ, ਜਿਵੇਂ ਮਰਜ਼ੀ ਕਰੋ, ਆਪ ਜਾ ਕਰੋ, ਬਿਲਡਿੰਗਾਂ ਬਣ ਗਈਆਂ। ਜਦ ਤੁਸੀਂ ਪੈਸਾ ਖਾਣਾ ਨਹੀਂ, ਤੁਸੀਂ ਲੋਕਾਂ ਦਾ ਕੰਮ ਕਰਨਾ ਹੈ, ਤੁਸੀਂ ਦਵੋਗੇ ਕਿਉਂ ਬਈ? ਮੈਂ MCH ਕਰੀ ਹੋਈ ਆ, ਸੁਪਰ ਸਪੈਸ਼ਲਿਸਟ ਹਾਂ, ਮੈਨੂੰ ਕਿਸੇ ਮੰਤਰੀ ਨੇ ਨਹੀਂ ਸੁਪਰ ਸਪੈਸ਼ਲਿਸਟ ਕਰਾਈ, ਮੈਂ ਆਪਣੀ ਲਿਆਕਤ ਨਾਲ ਕਰੀ ਹੈ। ਜਾਂ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਹਸਪਤਾਲ ਬਣਾਏ, ਜਿਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਨਾਲੇ ਬਣੇ ਨੇ, ਜਿਨ੍ਹਾਂ ਦੇ ਟੈਕਸਾਂ 'ਚੋਂ ਚੱਲਦੇ ਨੇ, ਮੈਂ ਉਹਨਾਂ ਦਾ ਰੀਣੀ ਹਾਂ, ਮੈਂ ਇਹਨਾਂ ਮੰਤਰੀਆਂ ਦਾ ਰੀਣੀ ਨਹੀਂ ਹਾਂ। ਮੈਂ ਇਹਨਾਂ ਮੰਤਰੀਆਂ ਕਰਕੇ ਪੜ੍ਹਿਆ ਹੀ ਨਹੀਂ ਹਾਂ, ਮੈਂ ਪੜ੍ਹਿਆ ਪੰਜਾਬ ਦੇ ਲੋਕਾਂ ਕਰਕੇ। ਉਹਨਾਂ ਨੇ PGI ਬਣਾਈ, ਉਹਨਾਂ ਗਰੀਬ ਮਰੀਜ਼ਾਂ ਦੇ ਉੱਤੇ ਅਸੀਂ ਸਰਜਰੀ ਸਿੱਖੀ ਹੈ, ਮੈਂ ਉਹਨਾਂ ਦਾ ਰੀਣੀ ਹਾਂ, ਮੈਂ ਉਹਨਾਂ ਦਾ ਖਰਚਾ ਮੋੜਾਂਗਾ, ਮੈਂ ਇਹਨਾਂ ਦੀ ਕੋਈ ਨਹੀਂ। ਇਹ ਮੈਨੂੰ ਕੱਢ ਦੇਣ ਨੌਕਰੀ 'ਚੋਂ, ਹੁਣ ਤਾਂ ਮੈਂ ਛੱਡੀ ਹੋਈ ਹੈ, ਮੈਂ ਤਨਖਾਹ ਵੀ ਨਹੀਂ ਲੈਂਦਾ ਜਦ ਵੀ ਮੇਰੇ ਤੋਂ ਕੋਈ ਸਰਕਾਰੀ ਕੰਮ ਕਰਾਉਂਦੇ ਨੇ। ਪਰ ਜਦ ਮੈਂ ਸਰਕਾਰ 'ਚ ਸੀ ਮੈਂ ਉਦੋਂ ਵੀ ਨਹੀਂ ਐਂ ਦੱਬਦਾ ਸੀ ਵੀ ਅਸੀਂ ਹਸਪਤਾਲ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਕਿ ਤੁਹਾਡੀ ਬੁਲਾਰੀ ਕਰਨ ਵਾਸਤੇ ਆ। ਐਂ ਤਾਂ ਹਰੇਕ ਹੀ ਰੋਜ਼ੀ ਤੁਰਿਆ ਰਹੂਗਾ। ਡਾਕਟਰ ਸਾਹਿਬ ਅਜਿਹੀ ਜਿਹੜੀ ਗੰਦੀ ਸਿਆਸਤ ਆ ਜਿਹੜੀ ਐਂਟਰ ਕਰ ਜਾਂਦੀ ਹੈ ਸਿਰਫ ਵਾਹ ਖੱਟਣ ਲਈ, ਕਿ 4 ਕੈਮਰੇ ਬੁਲਾ ਲਓ ਤੇ ਉੱਥੇ ਗਹਿਮਾ ਕਰ ਦਿਓ, ਤੇ ਇਸ ਦੇ ਨਾਲ ਨੰਬਰ ਖੱਟ ਕੇ ਜਿਹੜਾ ਡੈਂਟ ਵੱਜ ਰਿਹਾ ਇੱਕ ਸੁਸਾਇਟੀ ਦੇ ਅੰਦਰ, ਸਮਾਜ ਦੇ ਅੰਦਰ, ਉਹ ਤਾਂ ਬੜਾ ਖਤਰਨਾਕ ਹੈ। ਇਹ ਪਹਿਲਾਂ ਲੁਧਿਆਣੇ 2 MLD ਸੀ, ਉਹਨਾਂ ਨੇ ਸ਼ੁਰੂ ਕਰਿਆ ਸੀ ਇਹ ਤੌਰ ਤਰੀਕਾ ਕਿ ਤੁਸੀਂ ਮਾਈਕ ਲੈ ਕੇ, ਤੁਸੀਂ ਮੀਡੀਆ ਲੈ ਕੇ ਚਲੇ ਜਾਓ ਕਿਸੇ ਵੀ ਦਫ਼ਤਰ 'ਚ, ਕੱਲਾ ਹਸਪਤਾਲ ਦੀ ਗੱਲ ਨਹੀਂ ਮੈਂ ਕਰਦਾ। ਇਹ ਤੌਰ ਤਰੀਕਾ ਪ੍ਰਸ਼ਾਸਨ ਨੂੰ ਟੋਟਲ ਤੋੜ ਦਿੰਦਾ, ਲੋਕਾਂ 'ਤੇ ਫਾਲਤੂ ਦਬਾਅ ਦੇ ਦਿੰਦਾ। ਜੇ ਅਫਸਰ ਕੰਮ ਨਹੀਂ ਕਰਦਾ ਉਹਨੂੰ ਸਜ਼ਾ ਦਿਓ, ਤੁਹਾਡੇ ਕੋਲ ਰੂਲ ਨੇ। ਜੇ ਉਹ ਜ਼ਿਆਦਾ ਹੀ ਖਰਾਬ ਕਰਦਾ ਉਹ ਨੌਕਰੀ ਚੋਂ ਕੱਢ ਦਿਓ।
ਤੇ ਹੋਰ ਵੀ ਜ਼ਿਆਦਾ ਖਰਾਬ ਕਰ ਦਿਓ ਤੇ ਕੇਸ ਬਣਾ ਕੇ ਅੰਦਰ ਕਰ ਦਿਓ। ਤੁਹਾਨੂੰ ਮੀਡੀਆ 'ਚ ਘੁੱਗੂ ਲੈ ਕੇ ਉੱਥੇ ਜਾ ਕੇ ਸਾਹਮਣੇ ਖੜ ਕੇ ਇਹ 'ਚ ਜਵਾਬ ਦੇ। ਮੈਂ ਇੱਕ ਸੈਕਟਰੀ ਨੂੰ ਕਿਹਾ ਸੀ, ਇੱਕ ਸੈਕਟਰੀ ਕੋਲ ਕੋਈ ਐਮਐਲਏ ਚਲੇ ਗਏ ਸੀ, ਮੈਂ ਤੁਸੀਂ ਤਾਂ ਉਹਨੂੰ ਕਹੀ ਗਏ ਨਾ, ਮੈਂ ਕਹਿਣਾ ਸੀ ਵੀ ਤੁਹਾਨੂੰ ਨਹੀਂ ਮੈਂ ਫਾਈਲਾਂ ਦਿਖਾਉਣੀਆਂ, ਤੁਸੀਂ ਕਹਿ ਲਓ ਜਿਹੜਾ ਕੁਛ ਕਰਨਾ। ਤੁਸੀਂ ਇੱਥੋਂ ਫਾਈਲਾਂ ਚੱਕ ਕੇ ਕਹੋ ਵੀ ਇਹਦਾ ਆਹ ਕਰੋ। ਤੁਸੀਂ ਐਮਐਲਏ ਹੋ, ਤੁਸੀਂ ਅਸੈਂਬਲੀ ਜਾ ਕੇ ਸਵਾਲ ਕਰੋ ਮੇਰੇ 'ਤੇ, ਤੁਸੀਂ ਪ੍ਰਿਵਿਲੇਜ ਮੋਸ਼ਨ ਮੂਵ ਕਰੋ, ਕਰ ਲਓ ਰਿਕਾਰਡ। ਮੈਂ ਕਹਿਣਾ ਵੀ ਮੈਂ ਤੁਹਾਨੂੰ ਫਾਈਲ ਨਹੀਂ ਦਿਖਾਉਣੀ, ਕਿਉਂਕਿ ਤੁਹਾਨੂੰ ਫਾਈਲ ਦੇਖਣ ਦਾ ਅਧਿਕਾਰ ਨਹੀਂ। ਜਿਵੇਂ ਤੁਸੀਂ ਸਹੁੰ ਖਾਧੀ ਹੈ, ਇੱਦਾਂ ਮੈਂ ਵੀ ਅਫਸਰੀ ਕਰਨ ਵੇਲੇ ਜੁਆਇਨ ਕਰਨ ਵੇਲੇ ਸਹੁੰ ਖਾਧੀ ਹੈ ਕਿ ਮੈਂ ਸੰਵਿਧਾਨ ਦੇ ਮੁਤਾਬਕ ਕੰਮ ਕਰਾਂਗਾ ਅਤੇ ਸਰਕਾਰ ਦੇ ਭੇਦ ਗੁਪਤ ਰੱਖਾਂਗਾ। ਸਰਕਾਰ ਦੀਆਂ ਫਾਈਲਾਂ ਗੁਪਤ ਭੇਦ ਹੈ, ਇਹ ਉਹੀ ਦਿੱਤੀ ਜਾ ਸਕਦੀ। ਤੁਹਾਨੂੰ ਆਰਟੀਆਈ 'ਚ ਰਾਈਟ ਹੈ, ਜੇ ਉਹ ਮੰਗ ਲਓ ਉੱਥੇ ਮੈਂ ਜਵਾਬ ਦੇ ਦੂੰ। ਐਂ ਨਹੀਂ ਮੈਂ ਦਿਖਾਉਣੀ ਫਾਈਲਾਂ, ਤਾਂ ਹਰੇਕ ਹੀ ਉੱਠ ਕੇ ਆ ਜਾਊਗਾ, ਹਰੇਕ ਉੱਠ ਕੇ ਆ ਜੂ। ਉਹ ਕਿਉਂਕਿ ਉਹਨਾਂ ਦੇ ਅਰਦੇ ਤੁਸੀਂ ਐਂ ਦੱਸੋ, ਸਿਆਸਤਦਾਨ ਫੜੇ ਨਹੀਂ ਗਏ ਕਿੰਨੇ, ਹੇਰਾ ਫੇਰੀਆਂ ਕਰਾਉਂਦੇ, ਸਾਧ ਸੰਤ ਫੜੇ ਨਹੀਂ ਗਏ ਕਿਸੇ ਤੋਂ। ਤੁਸੀਂ ਕਿਉਂ ਉਹਨਾਂ ਨੇ ਉਹ ਜਾ ਕੇ ਇਨਫਲੂਐਂਸ ਕਿਉਂ ਕਰਨਾ? ਔਰ ਮੈਂ ਹੁਣ ਵੀ ਕਹਿਣਾ, ਇਹ ਨਵੇਂ ਆਏ ਨੇ ਸੁੱਚਾ ਸਿੰਘ ਛੋਟੇਪੁਰ, ਇਹਨਾਂ ਦੀ ਪਾਰਟੀ ਨੇ ਤਾਂ ਉਹਨੂੰ ਕੱਢਿਆ। ਉਹ ਅਕਾਲੀ ਦਲ ਦੇ ਜਥੇਦਾਰ ਹੁੰਦੇ ਡਿਊਰਿੰਗ ਬਲੂ ਸਟਾਰ 3 ਜੂਨ 1983 ਨੂੰ ਮੇਰੇ ਕੋਲ ਹਸਪਤਾਲ ਦਾ ਚਾਰਜ ਸੀ, ਸਿਵਲ ਹਸਪਤਾਲ ਦਾ। ਉਦੋਂ ਪਹਿਲਾਂ ਉੱਥੇ ਗੋਲੀ ਚਲਾਤੀ ਸੀ ਅਕਾਲੀ ਵਰਕਰਾਂ 'ਤੇ। ਉਹ ਆਏ ਹਸਪਤਾਲ 'ਚ 70 ਫੱਟੜ ਆ ਗਏ ਸੀ, ਡੀਸੀ ਨੇ ਗੋਲੀ ਚਲਾਤੀ ਸੀ, ਡੀਸੀ ਦਾ ਦਫ਼ਤਰਾਂ ਘਰਾਓ ਕਰਿਆ ਹੋਇਆ ਸੀ। ਅਤੇ ਮੈਂ ਉਹਨਾਂ ਨੂੰ ਹਾਸੇ 'ਚ ਕਹਿਤਾ, ਮੈਂ ਜੱਸੇ ਜੀ ਤੁਸੀਂ ਮੇਰੇ ਗੋਲੀ ਮਰਵਾ ਸਕਦੇ ਹੋ ਅਤੇ ਸਰਕਾਰ ਮੈਨੂੰ ਡਿਸਮਿਸ ਕਰ ਸਕਦੀ ਹੈ, ਨਾ ਮੈਂ ਤੁਹਾਡੇ ਕਹੇ ਤੋਂ 25 ਦੀ 26 ਬਣਾਉਣੀ ਹੈ ਅਤੇ ਨਾ ਸਰਕਾਰ ਦੇ ਕਹੇ ਤੋਂ 26 ਦੀ 25 ਬਣਾਉਣੀ ਹੈ। ਉਹ ਕਹਿੰਦੇ ਦੱਸ ਕਿਉਂ, ਤੁਹਾਡੇ ਤੋਂ ਕੋਈ ਉਂਗਲ ਉਠਾ ਸਕਦਾ? ਮੈਂ ਤਾਂ ਡਾਕਟਰ ਸਾਹਿਬ ਇਸ ਵਾਸਤੇ ਆਇਆ ਵੀ ਕਈ ਵਾਰ ਹਸਪਤਾਲ 'ਚ ਦਵਾਈ ਨਹੀਂ ਹੁੰਦੀ, ਤੁਸੀਂ ਦਾਸ ਨੂੰ ਹੁਕਮ ਕਰਨਾ। ਖੁਸ਼ਹਾਲ ਬਹਿਲ ਜੀ ਅੱਜ ਨਹੀਂ ਰਹੇ ਸੰਸਾਰ 'ਚ, ਰਾਜਕੁਮਾਰ CPI ਦੇ MLA ਸੀ ਧਾਲੀਵਾਲ ਤੋਂ। ਐਂ ਨਹੀਂ ਵੀ ਅਸੀਂ ਕੰਮ ਨਹੀਂ ਕਰਿਆ, ਇਹ ਤਾਂ ਨਵਾਂ MLA ਬਣੇ, ਇਹਨੇ ਤਾਂ ਸ਼ਾਇਦ ਉਹਨੇ MLA ਮਿਨਿਸਟਰ ਦੇਖੀ ਨਾ ਹੁਣ ਜਿੰਨੇ ਅਸੀਂ ਦੇਖੇ ਨੇ, ਜਿਨ੍ਹਾਂ ਨਾਲ ਅਸੀਂ ਡੀਲ ਕਰਿਆ। ਦੁੱਗਣੀ ਉਮਰ ਹੈ ਇਹਦੇ ਨਾਲ ਵਾਈਸ ਚਾਂਸਲਰ ਦੀ। ਤੇ ਜਿੰਨਾ ਵਿਰੋਧ ਹੁਣ ਤੱਕ ਹੋ ਗਿਆ ਜੀ, ਚੇਤਨ ਸਿੰਘ ਜੌੜੇ ਮਾਜਰਾ ਸਿਹਤ ਮੰਤਰੀ ਦਾ, ਮੁੱਖ ਮੰਤਰੀ ਦਾ ਵੀ ਦਖਲ ਆਉਂਦਾ ਹੈ ਔਰ ਸਟੇਟਮੈਂਟ ਇਹ ਦੇ ਕੇ ਜਾਂਦੇ ਨੇ ਕਿ ਅਸੀਂ ਇਸ ਨੂੰ ਹੋਰ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ, ਪਰ ਸਿੱਧੇ ਤੌਰ ਦੇ ਉੱਤੇ ਖੁੱਲ੍ਹ ਕੇ ਨਹੀਂ ਬੋਲੇ ਕਿ ਇੱਕ ਪਾਸੇ ਦੀ ਕਾਰਵਾਈ ਕਰੀ। ਜਦ ਬੰਦਾ ਜ਼ਿਆਦਤੀ ਕਰਕੇ ਇਸੇ ਪਾਸੇ, ਉਹਨਾਂ ਨੂੰ ਅਜੇ ਹੰਕਾਰ ਹੈ, ਅਜੇ ਇਹਨਾਂ ਨੂੰ ਹੰਕਾਰ ਹੈ। ਹੋਰ 6 ਮਹੀਨਿਆਂ ਨੂੰ ਦੇਖੋ ਇਹਨਾਂ ਦਾ ਹਾਲ ਕੀ ਹੁੰਦਾ ਜੇ ਇਹੀ ਆ ਰਿਹਾ। ਆਹ ਤਹਿਸੀਲਦਾਰਾਂ ਨੇ ਗੁਰਦਾਸਪੁਰ DC ਨੇ ਚਿੱਠੀ ਕੱਢਤੀ ਸੀ, ਉਹਨਾਂ ਨੇ ਬਾਤ ਬਣਾਤੀ। ਤੁਹਾਨੂੰ ਪਤਾ ਵੀ ਤੁਹਾਡੇ ਖਿਆਲ 'ਚ ਤਹਿਸੀਲਾਂ 'ਚ ਕੋਈ ਪੈਸੇ ਨਹੀਂ ਚੱਲਦੇ, ਕੋਈ ਰਜਿਸਟਰੀ ਕਰਾ ਕੇ ਦਿਖਾਵੇ ਮੁਫਤ ਮੀਨ ਜਿਹੜੇ ਸਰਕਾਰੀ ਰੇਟ 'ਤੇ। ਕਰਪਸ਼ਨ ਤਾਂ ਇਹ ਕਹਿੰਦਾ ਅਸੀਂ ਕਰਪਸ਼ਨ ਬੰਦ ਕਰਾਂਗੇ, ਕਿੰਨੀ ਕਰਪਸ਼ਨ ਚੱਲ ਰਹੀ ਹੈ। ਔਰ ਤਹਿਸੀਲਦਾਰ ਕਹਿੰਦੇ ਅਸੀਂ ਹੜਤਾਲ ਕਰਾਂਗੇ, ਫਿਰ ਰੋਕ ਲੈ, ਫਿਰ ਰੋਕ ਲੈਂਦੇ ਨਾ, ਜਾਂ ਤਾਂ ਉਹਨੂੰ ਕੱਢ ਕੇ ਬਾਹਰ ਮਾਰਦੇ ਨਾ। ਕਿਉਂਕਿ ਵਾਈਸ ਚਾਂਸਲਰ ਇੱਕ ਕਮਜ਼ੋਰ ਕੜੀ ਆ, ਡਾਕਟਰਾਂ 'ਤੇ ਜਿਹੜਾ ਮਰਜ਼ੀ ਆ ਕੇ ਹਮਲਾ ਕਰਦੇ। ਡਾਕਟਰ ਨੇ ਕਿਹੜਾ ਕੋਈ ਸਿਕਿਉਰਿਟੀ ਲੈ ਕੇ ਰੱਖਣੀ ਹੈ, ਤਹਿਸੀਲਦਾਰ ਨੂੰ ਕਹਿ ਕੇ ਦਿਖਾਵੇ ਕੋਈ ਕੁਛ, ਨਾਲ ਦੀ ਨਾਲ ਪੁਲਿਸ ਆ ਜੂ, DSP ਨੂੰ ਕਹਿ ਕੇ ਦਿਖਾਓ ਕੁਛ। ਸੋ ਇਸ ਕਰਕੇ ਆਪਾਂ ਇਹ ਸਮਝੀਏ ਸਟੇਟ ਪਾਵਰ ਹੈ ਉਹਨਾਂ ਕੋਲ, ਉਹਨਾਂ ਤੋਂ ਡਰਦੇ ਨੇ। ਇਹ ਆਪ ਵਾਲੇ ਬੁਰੀ ਤਰ੍ਹਾਂ ਡਰਦੇ ਨੇ, ਉਹਨਾਂ ਤੋਂ ਕੁਛ ਨਹੀਂ ਕਿਹਾ। ਉਹ ਸਭ ਨੂੰ ਪਤਾ ਵੀ ਉਹ ਕੀ ਕਰਦੇ ਨੇ। ਡਾਕਟਰ ਸਾਹਿਬ ਸਵਾਲ ਇਸੇ ਕੜੀ ਦੇ ਨਾਲ ਜੁੜਿਆ ਹੋਇਆ, ਮੈਂ ਇੱਕ ਵਾਰੀ ਫਿਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜਿੰਨੀਆਂ ਉਣਤਾਈਆਂ ਸਰਕਾਰ ਦੇ ਅੰਦਰ ਹੋ ਰਹੀਆਂ, ਜਦੋਂ ਉਹਨਾਂ ਨੂੰ ਕੋਈ ਸੱਤਾ ਧਿਰ ਨੂੰ ਸਵਾਲ ਕਰੀਏ, ਕਹਿੰਦੇ ਪਿਛਲਿਆਂ ਨੇ ਗੜਬੜੀ ਇੰਨੀ ਕੀਤੀ ਹੈ, ਸਾਨੂੰ ਸੰਭਲਣ ਲਈ ਟਾਈਮ ਲੱਗਣਾ। ਠੀਕ ਹੈ, ਫਰੀਦਕੋਟ ਮੈਡੀਕਲ ਕਾਲਜ ਨੂੰ ਪਿਛਲੇ ਬਜਟ ਨਹੀਂ ਦਿੰਦੇ ਸੀ, ਇਹਨਾਂ ਨੇ ਬਜਟ ਪਾਸ ਕਰਿਆ, ਇਹਦੇ 'ਚ ਕਿਹੜਾ ਟਾਈਮ ਲੱਗਣਾ ਸੀ? 1,78,000 ਕਰੋੜ ਦਾ ਤੁਸੀਂ ਬਜਟ ਪਾਸ ਕਰ ਰਹੇ ਹੋ, 1,55,000 ਕਰੋੜ ਦਾ। ਉਹਦੇ ਵਿੱਚੋਂ ਤੁਸੀਂ 50 ਕਰੋੜ 60 ਕਰੋੜ ਦੇਣ ਦੇ ਵਾਸਤੇ ਤੁਹਾਨੂੰ ਕਿਹਨੇ ਰੋਕਿਆ? ਔਰ ਇਹਦੇ 'ਚ ਪਹਿਲੀਆਂ ਦੀ ਕਿਹੜੀ ਗੱਲ ਆ ਗਈ? ਬਜਟ ਰੱਖਣੇ ਹੋ ਨਾ ਹੁਣ ਤਾਂ ਤੁਸੀਂ। ਫਿਰ ਤੁਹਾਡੇ ਇਹੀ MLA ਜੌੜੇ ਮਾਜਰਾ ਜੀ, ਇਹ MLA ਸੀਗੇ, ਇਹਨਾਂ ਨੇ ਬਜਟ ਪਾਸ ਕਰਿਆ। ਇਹਨਾਂ ਨੇ ਪੜ੍ਹਿਆ ਵੀ ਤੁਸੀਂ ਇਹ ਭਾਈ ਫਰੀਦਕੋਟ ਨੂੰ ਬਜਟ ਕਿਉਂ ਨਹੀਂ ਦੇ ਰਹੇ ਹਸਪਤਾਲ ਨੂੰ? ਤੁਸੀਂ ਪਟਿਆਲੇ ਨੂੰ ਦੇ ਰਹੇ ਹੋ, ਅੰਮ੍ਰਿਤਸਰ ਨੂੰ ਦੇ ਰਹੇ ਹੋ, ਬਾਕੀ ਹਸਪਤਾਲਾਂ ਨੂੰ ਦੇ ਰਹੇ ਹੋ, ਤੁਸੀਂ ਇਹਨੂੰ ਕਿਉਂ ਨਹੀਂ ਦੇ ਰਹੇ? ਕੀ ਕਾਰਨ ਹੈ? ਪੁੱਛਿਆ? ਫਿਰ ਮੰਤਰੀ ਬਣ ਗਏ, ਫਿਰ ਦੇਖਣ ਦੀ ਕੋਸ਼ਿਸ਼ ਕਰੀ ਵੀ ਇਹ ਬਜਟ ਕਿਉਂ ਨਹੀਂ। ਇਹ ਜਿਹੜਾ ਹੁੰਦਾ ਨਾ ਦੂਜੇ ਦੇ ਵੀ ਗੁਆਂਢੀ ਨੇ ਕਰਤਾ ਜੀ, ਇਹ ਮੋਦੀ ਸਾਹਿਬ ਨੇ ਵੀ ਸ਼ੁਰੂ ਕਰਿਆ। 70 ਸਾਲ में कुछ नहीं हुआ हम करेंगे, ਇਹੀ ਆਪਾਂ ਦੇ ਕਹੀ ਜਾਂਦੇ ਨੇ। ਪੰਜਾਬ 'ਚ 70 ਸਾਲ 'ਚ ਕੁਛ ਨਹੀਂ ਹੋਇਆ, ਅਸੀਂ ਕਰਾਂਗੇ। ਇਹਨਾਂ ਪੁੱਛੋ ਤਿੰਨੇ ਮੈਡੀਕਲ ਕਾਲਜ ਨਾ ਜਿਹੜੇ ਖੁੱਲ੍ਹੇ ਨੇ, ਇਹ ਆਜ਼ਾਦੀ ਤੋਂ ਬਾਅਦ ਖੁੱਲ੍ਹੇ ਨੇ, ਆਜ਼ਾਦੀ ਤੋਂ ਪਹਿਲਾਂ ਕੋਈ ਵੀ ਨਹੀਂ ਸੀ। ਪਹਿਲਾਂ ਅੰਮ੍ਰਿਤਸਰ ਸੀਗਾ ਮੈਡੀਕਲ ਸਕੂਲ ਸੀ, ਉਹ ਆਜ਼ਾਦੀ ਤੋਂ ਬਾਅਦ ਬਣੇ ਨੇ। ਇਹ ਕਿਸੇ ਨੇ ਬਣਾਏ ਨੇ ਨਾ, ਭਾਖੜਾ ਨਾਮ ਆਜ਼ਾਦੀ ਤੋਂ ਬਾਅਦ ਬਣੇ, ਇਹ ਕਿਸੇ ਨੇ ਬਣਾਏ ਹੈ। PGI ਆਜ਼ਾਦੀ ਤੋਂ ਬਾਅਦ ਬਣੀ ਹੈ, ਇਹ ਕਿਸੇ ਨੇ ਬਣਾਈ ਹੈ। ਇਹ ਕਹਿੰਦੇ ਕੁਛ ਵੀ ਨਹੀਂ ਹੋਇਆ। ਇਹਨੂੰ ਪੁੱਛੋ ਵੀ ਬਣਿਆ ਕਿਵੇਂ? ਫਿਰ ਕਿਸੇ ਨੇ ਕੁਛ ਕਰਿਆ ਨਹੀਂ। ਇਹ ਐਡੇ ਐਡੇ ਮੈਡੀਕਲ ਕਾਲਜ, ਐਡੀ ਵੱਡੀ PGI, ਇਹ ਬਣ ਕਿਵੇਂ ਗਏ? ਤੁਸੀਂ ਬਣਾਏ ਨੇ, ਤੁਸੀਂ ਤਾਂ ਉਦੋਂ ਜੰਮੇ ਵੀ ਨਹੀਂ ਸੀਗੇ। ਭਗਵੰਤ ਮਾਨ ਜਿਹੜੇ ਇਹਨਾਂ ਦੇ ਮੁੱਖ ਮੰਤਰੀ ਨੇ,
ਇਹਨਾਂ ਦੇ ਬਹੁਤੇ ਐਮਐਲਏ ਉਦੋਂ ਜੰਮੇ ਨਹੀਂ ਸੀਗੇ ਜਦੋਂ ਇਹ ਹਸਪਤਾਲ ਬਣੇ ਸੀ। ਨਾ ਇਹਨਾਂ ਨੇ ਇਤਿਹਾਸ ਦੇਖਿਆ, ਨਾ ਇਹਨਾਂ ਨੇ ਕੋਈ ਕੰਮ ਕਰਿਆ। ਇਹ ਲੋਕਾਂ ਨੂੰ ਐਵੇਂ ਬੇਵਕੂਫ ਬਣਾਈ ਜਾ ਰਹੇ ਨੇ। ਹੱਦ ਹੁੰਦੀ ਹੈ ਕੋਈ। ਤੁਸੀਂ ਵਾਈਸ ਚਾਂਸਲਰ ਸਾਹਿਬ ਨੁਕਸੋਗੇ, ਮੰਨ ਲਓ ਵੀ ਇੱਕ ਬੰਦਾ, ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਇਸ ਗੱਲ ਦੀ। ਅਸੀਂ ਬੰਦੇ ਫੜੇ ਜਿਨ੍ਹਾਂ ਨੇ ਦੂਜੇ ਦੀ ਥਾਂ ਬਿਠਾ ਕੇ ਇਮਤਿਹਾਨ ਦਵਾ ਲਿਆ ਸੀ। ਮੈਂ ਆਖਿਆ ਵੀ ਇਹ ਇੰਨੀ ਤਾਰੀਫ ਹੋਈ ਆ ਪ੍ਰੈਸ 'ਚ, ਇਹਦਾ ਮਤਲਬ ਕੋਈ ਗੜਬੜ ਹੋਈ ਆ। ਨਹੀਂ, ਪ੍ਰੈਸ ਵਾਲੇ ਕਿਉਂ ਤਾਰੀਫ ਕਰਨਗੇ? ਉਹਦਾ ਕਹਿਣਗੇ ਜੀ ਉੱਥੇ ਬੈਠਣ ਦੀ ਜਗ੍ਹਾ ਨਹੀਂ ਸੀ, ਉੱਥੇ ਫਲਾਣੀ ਚੀਜ਼ ਨਹੀਂ ਸੀ। ਇਹਦਾ ਮਤਲਬ ਕੋਈ ਗੜਬੜ ਹੋਈ ਆ। ਸਾਰੇ ਹੁਣ ਰਲ ਗਏ ਵੀ ਚੱਲ ਇਹਨਾਂ ਦੀ ਤਾਰੀਫ ਕਰੀ ਜਾਓ ਤਾਂ ਕਿ ਦੇਖੇ ਨਾ, ਪਤਾ ਨਾ ਲੱਗੇ ਟਕਟ ਹੋ ਰਹੀ। ਅਤੇ ਉਹਦੇ ਵਿੱਚ ਮੇਰਾ ਡਿਪਟੀ ਰਜਿਸਟਰਾਰ ਕਹਿਣ ਲੱਗਿਆ, ਕਹਿੰਦਾ ਜੀ ਉਹ ਬੰਦਾ ਆਇਆ ਹੋਇਆ, ਉਹ ਗੱਡੀ 'ਚ ਬੈਠਾ ਹੈ, ਉਹਦਾ ਬਾਪ ਆਇਆ, ਉਹ ਕਹਿੰਦਾ ਬੱਚਾ ਤਾਂ ਮੇਰਾ ਆਇਆ ਨਹੀਂ, ਪਰ ਕਹਿੰਦਾ ਮੈਂ ਪੀਐਨ ਭੇਜ ਕੇ ਪਤਾ ਕਰਿਆ ਵੀ ਬੱਚਾ ਉੱਥੇ ਬੈਠਾ। ਮੈਂ ਕਿਹਾ ਤੂੰ ਪੁਲਿਸ ਹੈ, ਤੂੰ CID ਹੈ, ਤੈਂ ਕੀ ਲੈਣਾ ਬੱਚਾ ਆਇਆ ਜਾਂ ਨਹੀਂ ਆਇਆ? ਜੇ ਤੇਰੇ ਸਾਹਮਣੇ ਬੱਚਾ ਬੈਠਾ ਹੋਵੇ ਕਿ ਤੈਨੂੰ ਤੈਂ ਪੁਲਿਸ ਬੁਲਾਈ ਹੋਈ ਹੋਵੇ, ਉਹ ਉੱਠ ਕੇ ਭੱਜ ਲੇ ਪੁਲਿਸ ਦੇ ਆਉਣ ਤੋਂ ਪਹਿਲਾਂ, ਤੈਂ ਉਹਦੇ ਪਿੱਛੇ ਨਹੀਂ ਭੱਜਣਾ। ਜੇ ਉਹ ਗਿਰ ਕੇ ਮਰ ਗਿਆ ਤੇਰੇ ਮੈਂ ਕਤਲ ਪੈ ਜੂ। ਤੈਨੂੰ ਅਧਿਕਾਰ ਹੀ ਨਹੀਂ। ਤੈਨੂੰ ਜਿਹੜਾ ਅਧਿਕਾਰ ਦਿੱਤਾ, ਤੂੰ ਮੈਨੂੰ ਰਿਪੋਰਟ ਕਰਤੀ ਵੀ ਜੇ ਇਹਦੀ ਫੋਟੋ ਮਿਲਦੀ ਨਹੀਂ, ਕੋਈ ਹੋਰ ਬੰਦਾ ਹੈ, ਮੈਂ ਆਰਡਰ ਕਰਤਾ ਵੀ ਤੇ FIR ਦਰਜ ਕਰੋ, ਇਹਦਾ ਰਿਜ਼ਲਟ ਰੱਦ। ਬਸ ਇਹ ਆਪਣੇ ਕੋਲ ਪਾਵਰ ਹੈ, ਆਪਾਂ ਕਰਤੀ। ਦੂਜਾ ਸਾਰੀਆਂ ਯੂਨੀਵਰਸਿਟੀਆਂ ਲਿਖ ਦਿਓ ਵੀ ਇਹਨੇ ਠੱਗੀ ਮਾਰੀ ਸੀ, ਤਾਂ ਕਿ ਦੂਜੀਆਂ ਯੂਨੀਵਰਸਿਟੀਆਂ ਚੇਤਨ ਹੋ ਜਾਣ। ਆਹ 3 ਅਧਿਕਾਰ ਨੇ ਸਾਡੇ ਕੋਲ। ਮੰਤਰੀ ਨੂੰ ਪਤਾ ਨਹੀਂ ਵੀ ਕਿਹਦੇ ਕੋਲ ਕੀ ਅਧਿਕਾਰ ਹੈ। ਇਹ ਮੈਨੂੰ ਐਦ ਬਤੌਰ ਰਜਿਸਟਰ ਇਹ ਅਧਿਕਾਰ ਹੀ ਨਹੀਂ ਕਿ ਜਿਹੜੇ ਬੰਦੇ ਨੇ ਦੂਜੇ ਦੀ ਥਾਂ ਦੂਜਾ ਬਿਠਾ ਕੇ ਆਇਆ ਹੈ ਉਹਨੂੰ ਮੈਂ ਫਿਜ਼ੀਕਲੀ ਫੜਾਂ। ਇਹ ਮੈਨੂੰ ਅਧਿਕਾਰ ਹੀ ਨਹੀਂ ਹੈ। ਇਹ ਤਾਂ ਮੈਂ ਜਾਤੀ ਕਰ ਰਿਹਾ ਉਹਦੇ ਨਾਲ। ਅਤੇ ਮੈਂ ਜੇ ਰਜਿਸਟਰ ਹੋ ਗਿਆ ਤਾਂ ਮੈਨੂੰ ਇਹਦਾ ਮੈਂ ਸਧਾਰਨ ਬੰਦਾ, ਮੈਂ ਕਹਿੰਦਾ ਮੰਨਦਾ ਉਹ ਚੋਰ ਹੈ ਅਤੇ ਮੈਨੂੰ ਉਹਨੂੰ ਕੁੱਟਣ ਦਾ ਅਧਿਕਾਰ ਮਿਲ ਗਿਆ। ਮੈਂ ਹੋਵਾਂ ਰਜਿਸਟਰ। ਡਾਕਟਰ ਸਾਹਿਬ, ਜਿਹੜੇ ਪ੍ਰੋਟੋਕੋਲ ਦੀ ਤੁਸੀਂ ਗੱਲ ਕਰਦੇ ਹੋ, ਅਧਿਕਾਰਾਂ ਦੀ ਗੱਲ ਕਰਦੇ ਹੋ, ਅੱਜ ਦੀ ਬਣੀ ਸਰਕਾਰ ਦੇ ਮੰਤਰੀਆਂ ਨੂੰ ਕਦੋਂ ਇਹ ਗੱਲਾਂ ਸਮਝ ਆਉਣਗੀਆਂ? ਇਹਨਾਂ ਨੂੰ ਕੋਈ ਸਮਝਾਏਗਾ ਤਾਂ ਇਹਨਾਂ ਨੂੰ ਕਿੱਥੋਂ ਸਮਝਦਾ? ਤਾਂ ਜਿੱਦਾਂ ਸਰਕਾਰ ਚੜੀ ਗਈ ਉਦੋਂ ਸਮਝਣਾ ਨਹੀਂ ਹੈ। ਕਿਉਂਕਿ ਇਹਨਾਂ ਨੂੰ ਕਿਸੇ ਗੱਲ ਦੇ ਉੱਤੇ ਬੰਦਾ ਗਲਤੀ ਕਰ ਜਾਂਦਾ ਸੀ, ਮਰੀਜ਼ ਕੋਲ ਕਹਿੰਦੇ ਹਾਂ ਯਾਰ ਇਹ ਗਲਤੀ ਹੋ ਗਈ, ਕੋਈ ਨਹੀਂ ਅਸੀਂ ਧਿਆਨ ਕਰਾਂਗੇ। ਤੁਹਾਡੇ ਤੋਂ ਗਲਤੀ ਹੋ ਗਈ, ਤੁਸੀਂ ਕਹੋ ਜੀ ਇਹ ਗਲਤੀ ਹੋ ਗਈ ਹੈ, ਅੱਗੇ ਤੋਂ ਅਸੀਂ ਰੱਖਾਂਗੇ, ਅਸੀਂ ਤਾਂ ਬੜੀ ਇੱਜ਼ਤ ਕਰਦੇ ਹਾਂ। ਅੱਜ ਤੱਕ ਜੋੜੇ ਮਾਜਰਾ ਨੇ ਬਿਆਨ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਇਹਦਾ ਮਤਲਬ ਉਹਨੂੰ ਰਿਅਲਾਈਜੇਸ਼ਨ ਕੋਈ ਨਹੀਂ ਹੈ। ਅਤੇ ਫਿਰ ਤਾਂ ਜਿਹੜਾ ਵੀ ਵਾਈਸ ਚਾਂਸਲਰ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰੂਗਾ, ਫਿਰ ਕਰਕੇ ਆਪੇ ਕਰ ਲੈਣ ਸਰਜਰੀ। ਮੈਂ ਕੱਲ੍ਹ ਇੱਕ ਸਵਾਲ ਕਰਿਆ ਸੀ, ਮੈਂ ਕਿਹਾ ਚਲੋ ਇਹ ਤਾਂ ਗੱਦਿਆਂ ਦੀ ਗੱਲ ਹੈ, ਗੱਦੇ ਤਾਂ ਜੋੜੇ ਮਾਜਰਾ ਦੇਖ ਸਕਦਾ, ਕਿ ਇਹਦਾ ਗਲਤ ਆਪਰੇਸ਼ਨ ਕਰਤਾ, ਫਿਰ ਕੀ ਕਰੂ? ਫਿਰ ਇਹ ਕਹੂਗਾ ਚੰਗਾ ਤੁਸੀਂ ਇਹ ਡਾਕਟਰ ਨੂੰ ਉਰੇ ਪਾਓ, ਫਿਰ ਉਹਦਾ ਆਪਰੇਸ਼ਨ ਕੌਣ ਕਰੂ? ਜੋੜੇ ਮਾਜਰਾ ਕਰੂ। ਹੁਣ ਤਾਂ ਗੱਦੇ ਤੇ ਤਾਂ ਪਤਾ ਵੀ ਗੱਦਾ ਮਾੜਾ ਹੈ, ਆਪਰੇਸ਼ਨ ਵੀ ਤਾਂ ਗਲਤ ਹੋ ਸਕਦਾ ਨਾ। ਇਹ ਆਪਰੇਸ਼ਨ ਜੇ ਗਲਤ ਹੋ ਗਿਆ ਉਦੋਂ ਜੋੜੇ ਮਾਜਰਾ ਕੀ ਕਰੂ? ਉਦੋਂ ਖੁਦ ਕਰੂ ਆਪਰੇਸ਼ਨ। ਇਹ ਚਾਕੂ ਜੇ ਇਹਨੇ ਚੱਕ ਕੇ ਕਿਸੇ ਦੇ ਨਾ ਉਂਗਲ ਲਾ ਦੇ, ਜੇਲ੍ਹ ਹੋ ਜੂ। ਮੇਰੇ ਕੋਲ ਅਥਾਰਟੀਆਂ, ਮੈਂ ਸਰਜਣਾ, ਮੇਰੇ ਤੋਂ ਮਰੀਜ਼ ਮਰੂਗਾ ਵੀ ਤਾਂ ਮੇਰੇ 'ਤੇ ਕੋਈ ਕਾਨੂੰਨ ਦੇ ਨਾਲ ਕਾਰਵਾਈ ਹੋਊਗੀ। ਮੈਨੂੰ ਮਰੀਜ਼ ਦਾ ਪੇਟ ਪਾੜਨ ਦਾ ਅਧਿਕਾਰ ਹੈ, ਕਿਉਂਕਿ ਮੈਂ ਉਹਦੇ ਕੁਆਲੀਫਾਈਡ ਹਾਂ। ਜੋੜੇ ਮਾਜਰਾ ਨੂੰ ਚਾਕੂ ਚੱਕ ਕੇ ਜੇ ਮਾੜਾ ਜਿਹਾ ਵੀ ਨਾਲ ਲਾ ਦੇ ਨਾ, ਅਟੈਂਪਟ ਟੂ ਮਰਡਰ ਦਾ ਕੇਸ ਬਣ ਜੂ। ਜੇ ਮਾੜੀ ਝਰੀਟ ਵਜੀ 24 ਤਾਂ ਪੱਕਾ ਹੀ ਬਣਨਾ, ਜੇ ਹੋਰ ਨਹੀਂ ਤਾਂ। ਇਹਨਾਂ ਨੂੰ ਪਤਾ ਹੀ ਨਹੀਂ। ਜਿਸ ਬੰਦੇ ਨੂੰ ਇਹ ਨਹੀਂ ਪਤਾ ਵੀ ਮੇਰਾ ਇਹ ਅਧਿਕਾਰ ਨਹੀਂ, ਮੈਂ ਮੰਤਰੀ ਹੋਵਾਂ। ਮੰਤਰੀ ਹੋਣ ਵਾਲੇ ਸਰਜਨ ਬਣ ਗਿਆ, ਮੰਤਰੀ ਹੋਣ ਵਾਲੇ ਵਾਈਸ ਚਾਂਸਲਰ ਬਣ ਗਏ। ਤੁਸੀਂ ਇੱਕ ਵਾਈਸ ਚਾਂਸਲਰ ਦੀ ਦੇਖੋ, ਮੈਂ ਹੋਰ ਕੋਈ ਗੱਲ ਨਹੀਂ। ਤੁਸੀਂ ਜੇ ਵਾਈਸ ਚਾਂਸਲਰਾਂ ਦੀ, ਮੈਂ ਕਹਿੰਦਾ ਵਾਈਸ ਚਾਂਸਲਰ ਚੰਗੇ ਨੇ ਜਾਂ ਮਾੜੇ ਨੇ, ਇਸ ਗਲਤੀ ਨਹੀਂ ਮੈਂ ਦਿੰਦਾ। ਜੇ ਕੋਈ ਬੰਦਾ ਕਤਲ ਕਰ ਦਿੰਦਾ, ਜੇਲ੍ਹ ਨੂੰ ਹੱਕ ਆ ਉਹਦੀ ਗੋਲੀ ਮਾਰ ਦੇ, ਬੋਲੋ। ਉਹਨੂੰ ਹੱਕ ਆ ਵੀ ਜਾ ਇੱਥੇ ਨਾਲੀ 'ਚ ਪੈ, ਕਿਉਂਕਿ ਤੂੰ ਕਾਤਲ ਆ। ਉਹਦਾ ਕਤਲ ਸਾਬਤ ਹੋ ਗਿਆ, ਉਹਨੂੰ ਕੱਲ੍ਹ ਨੂੰ ਫਾਂਸੀ ਲੱਗਣੀ ਹੈ। ਕੀ ਜੇਲਰ ਉਹਨੂੰ ਨਾਲੇ 'ਚ ਲਿਟਾ ਸਕਦਾ ਰਾਤ ਨੂੰ? ਅਤੇ ਫਿਰ ਇਹਨੇ ਗੱਦੇ 'ਤੇ ਕਿਵੇਂ ਲਿਟਾਇਆ? ਨਾਲੇ 'ਚ ਕਈ ਬੰਦੇ ਗਿਰ ਵੀ ਜਾਂਦੇ ਨੇ, ਕੋਈ ਤਾਂ ਫਿਰ ਆਪ ਵਾਲੇ ਕਹਿ ਦੇਣਗੇ ਵੀ ਨਾਲੇ 'ਚ ਬਾਕੀ ਦੁਨੀਆ ਵੀ ਗਿਰਦੀ ਆ, ਜੇ ਗਿਰ ਕੇ ਫਿਰ ਕੀ ਹੋ ਗਿਆ? ਆਪ ਵਾਲਿਆਂ ਨੇ ਜ਼ਿਆਦਤੀ ਕਰੀ ਹੈ, ਬਿਲਕੁਲ ਗੈਰ ਕਾਨੂੰਨੀ ਕੰਮ ਕਰਿਆ, ਤਾਕਤ ਦੀ ਦੁਰਵਰਤੋਂ ਕਰੀ ਹੈ। ਔਰ ਭਗਵੰਤ ਮਾਨ, ਕਿਉਂਕਿ ਮੈਨੂੰ ਲੱਗਦਾ ਉਹਦੀ ਚੱਬੀ ਚੁੱਬੀ ਨਹੀਂ ਹੋਣੀ, ਜਾਂ ਤਾਂ ਨਹੀਂ ਤਾਂ ਇਹੋ ਜਿਹੇ ਮੰਤਰੀ ਨੂੰ ਕੱਢ ਦੇਣਾ ਚਾਹੀਦਾ। ਅਸੀਂ ਬਥੇਰੇ ਮੰਤਰੀਆਂ ਕੋਲ BJP ਦੇ ਮੰਤਰੀ ਸੀਗੇ, ਮੇਰੇ ਨਾਲ ਹਮੇਸ਼ਾ ਜਦ ਮੈਂ ਰਿਹਾ BJP ਦੇ ਮੰਤਰੀ ਰਹੇ ਨੇ, ਮੇਰੀ ਉਹਨਾਂ ਨਾਲ ਕਦੇ ਨਹੀਂ ਬਣੀ, ਪਰ ਉਹ ਕਦੇ ਐਂ ਬੇਇੱਜ਼ਤੀ ਨਹੀਂ ਕਰਦੇ ਸੀ ਕਿਸੇ ਦੀ। ਪਰ ਜਿਹੜੀ ਭਗਵੰਤ ਮਾਨ ਦੀ ਤੁਸੀਂ ਗੱਲ ਕਰਦੇ ਹੋ ਕਿ ਸਿਹਤ ਮੰਤਰੀ ਨੂੰ ਕੱਢ ਦੇਣਾ ਚਾਹੀਦਾ, ਇੱਕ ਸਿਹਤ ਮੰਤਰੀ ਨੂੰ ਪਹਿਲਾਂ ਵੀ ਉਹ ਕੱਢ ਚੁੱਕਿਆ ਵਿਜੇ ਸਿੰਗਲਾ ਨੂੰ, ਬਾਅਦ ਵਿੱਚ ਸਬੂਤ ਨਹੀਂ ਕਹਿੰਦੇ ਮਿਲੇ ਤੇ ਉਹ ਬਾਹਰ ਆ ਗਏ। ਇਹ ਤਾਂ ਉਹਨਾਂ ਦਾ ਇੰਟਰਨਲ ਮਾਮਲਾ ਸੀ, ਇਹ ਕੋਈ ਪਬਲਿਕ ਦਾ ਮਾਮਲਾ ਨਹੀਂ ਸੀ। ਆਹ ਪਬਲਿਕ ਦਾ ਮਾਮਲਾ ਹੈ। ਦੂਜੀ ਗੱਲ, ਉਹ ਐਕੈਡੈਮਿਕਸ ਦਾ ਮਾਮਲਾ ਨਹੀਂ ਸੀ, ਇਹ ਐਕੈਡੈਮਿਕਸ ਦਾ ਮਾਮਲਾ ਹੈ। ਤੀਜੀ ਗੱਲ, ਉਹ ਮਰੀਜ਼ਾਂ ਦਾ ਮਾਮਲਾ ਨਹੀਂ ਸੀ, ਇਹ ਮਰੀਜ਼ਾਂ ਦਾ ਮਾਮਲਾ ਹੈ। ਸੋ ਇਹ ਪਬਲਿਕ ਦਾ ਮਾਮਲਾ ਹੈ, ਇਸ ਕਰਕੇ ਉਹਨੂੰ ਕੱਢਣਾ ਚਾਹੀਦਾ। ਅਸੀਂ ਬੜੇ ਉਹਨਾਂ ਮੰਤਰੀਆਂ ਨਾਲ ਕੰਮ ਕਰਿਆ ਜਿਹੜੇ ਜਮਾਂ ਹੀ ਸਾਡੇ ਉਲਟ ਰਹਿੰਦੇ ਸੀ, ਜਿਹੜੇ ਰੋਜ਼ ਸਾਨੂੰ 4 ਸ਼ੀਟਾਂ ਕਰਦੇ ਸੀ, ਸ਼ੋਕਾਜ਼ ਨੋਟਿਸ ਦਿੰਦੇ ਸੀ, ਪਰ ਇਸ ਹੱਦ ਤੱਕ ਤਾਂ ਉਹ ਵੀ ਨਹੀਂ ਜਾਂਦੇ ਸੀ। ਹੱਦ ਹੋ ਗਈ ਆ, ਕੋਈ ਤੌਰ ਤਰੀਕਾ ਹੁੰਦਾ।
ਇੱਦਾਂ ਹੀ ਜੇ ਫਰਜ਼ ਕਰੋ ਉਹ ਮੰਤਰੀ ਜਿਨ੍ਹਾਂ ਨਾਲ ਮੇਰੀ ਨਹੀਂ ਬਣਦੀ ਜੀ ਉਹਨਾਂ ਨੇ ਕੋਈ ਲਿਖ ਕੇ ਭੇਜਤਾ ਵੀ ਆਹ ਕੰਮ ਕਰਨਾ ਹੈ, ਜੇ ਉਹ ਕੰਮ ਉਹਨਾਂ ਦਾ ਹੋਣ ਵਾਲਾ ਲੀਗਲ ਹੈ ਤੇ ਫਿਰ ਮੈਂ ਕਰੂੰਗਾ ਕਿਉਂ ਨਹੀਂ ਬਈ। ਮੇਰੀ ਨਾ ਬਣਦੀ ਹੋਵੇ, ਆਖਰ ਇੱਕ ਮੰਤਰੀ ਨੂੰ ਅਧਿਕਾਰ ਹੈ ਕਿ ਭਾਈ ਆ ਮੇਰੇ ਕੋਲ ਅਰਜ਼ੀ ਆਈ ਹੈ ਇਹਨੂੰ ਦੇਖ ਲਓ। ਉਹ ਮੈਨੂੰ ਇਹ ਥੋੜ੍ਹਾ ਕਹਿੰਦਾ ਵੀ ਜ਼ਰੂਰ ਕਰੋ, ਜੇ ਬਣਦਾ ਉਹਦਾ ਕਾਨੂੰਨੀ ਮੈਨੂੰ ਕਰਨਾ ਚਾਹੀਦਾ, ਜੇ ਮੈਂ ਨਹੀਂ ਕਰਨਾ ਫਿਰ ਮੈਂ ਬਦਮਾਸ਼ੀ ਕਰ ਰਿਹਾ। ਸੋ ਕਾਨੂੰਨ ਸਰਕਾਰ ਦੇ ਵਿੱਚ ਤੁਸੀਂ ਇਹ ਡਾਲੇ ਦੀ ਹੱਟੀ ਨਹੀਂ ਹੈ। ਸਰਕਾਰ ਕੁਛ ਨਿਯਮ ਕਾਨੂੰਨ ਨਾਲ ਸਰਕਾਰ ਚੱਲਦੀ ਹੈ। ਮੰਨ ਲਓ ਮੈਂ ਤੁਹਾਨੂੰ ਮਾफ़ ਕਰਨਾ, ਮੈਂ ਉੱਥੇ ਰਜਿਸਟਰ ਰਿਹਾ, ਮੈਂ ਅੱਜ ਉਸ ਯੂਨੀਵਰਸਿਟੀ ਜਾਣਾ ਫਰਜ਼ ਕਰੋ, ਮੈਨੂੰ ਕੋਈ ਕੰਮ ਹੈ ਜਾਂ ਮੈਂ ਵੈਸੇ ਜਾਣਾ, ਜਿਹੜਾ ਉੱਥੇ ਪੀਣ ਖੜਾ ਨਾ ਰਜਿਸਟਰ ਦੇ ਗੇਟ 'ਤੇ, ਜੇ ਮੈਨੂੰ ਕਹੇ ਨਹੀਂ ਜੀ ਅੰਦਰ ਨਹੀਂ ਜਾਣਾ ਤਾਂ ਮੈਂ ਧੱਕਾ ਨਹੀਂ ਕਰ ਸਕਦਾ। ਜੇ ਮੈਂ ਥੱਪੜ ਮਾਰਾਂ ਮੈਂ ਤਾਂ ਬੜੇ ਰਜਿਸਟਰ ਰਿਹਾ ਹੈ, ਇਹ ਮਾਰ ਸਕਦਾ ਮੈਂ ਧੱਕਾ ਕਰਕੇ ਅੰਦਰ ਜਾ ਸਕਦਾ ਵੀ ਮੈਂ ਰਜਿਸਟਰ ਰਿਹਾ। ਮੈਨੂੰ ਕਹਿ ਸਕਦਾ ਉਹ ਕਾਕਾ ਤੈਨੂੰ ਕੀ ਪਤਾ ਮੈਂ ਉਹਦੇ ਰਜਿਸਟਰ ਰਿਹਾ, ਮੈਂ ਰਜਿਸਟਰ ਰਿਹਾ ਫਿਰ ਮੈਂ ਰੱਬ ਬਣ ਗਿਆ। ਅੱਜ ਤਾਂ ਮੈਂ ਰਜਿਸਟਰ ਨਹੀਂ ਨਾ, ਤਾਂ ਉਹਨੂੰ ਖੜਾਏ ਇਸ ਵਾਸਤੇ ਵੀ ਭਾਈ ਅੰਦਰ ਨਹੀਂ ਜਾਂਦੇ ਨਾ। ਜੇ ਮੈਨੂੰ ਇੰਨੀ ਗੱਲ ਹੈ ਮੈਂ ਰਜਿਸਟਰ ਨੂੰ ਆਪੇ ਫੋਨ ਕਰਨਾ ਪੈਣਾ ਵੀ ਮੈਂ ਆ ਰਿਹਾ, ਆਪਣੇ ਪੀਰ ਨੂੰ ਕਹੋ ਮੈਨੂੰ ਅੰਦਰ ਲੈ ਕੇ ਆਵੇ। ਉਹਦੇ ਨਾਲ ਮੈਂ ਕਿਉਂ ਲੜਾਈ ਕਰੂੰਗਾ ਬਈ। ਸਰਕਾਰ ਦੇ ਵਿੱਚ ਇਹਨਾਂ ਨੂੰ ਵਿਚਾਰਿਆਂ ਨੂੰ ਇਹੀ ਨਹੀਂ ਪਤਾ ਵੀ ਇੱਕ ਜਿਹੜਾ ਦਫ਼ਤਰ ਦੇ ਅੱਗੇ ਪੀਣ ਖੜਾ ਉਹ ਵੀ ਅਥਾਰਟੀ ਹੈ, ਉਹ ਵੀ ਸਰਕਾਰ ਹੈ। ਐਂ ਕਰੋ ਤੁਸੀਂ ਜਾਓ, ਤੁਸੀਂ ਕਹੋ ਜੀ ਮੈਂ ਚੀਫ ਸੈਕਟਰੀ ਦੀ ਇੰਟਰਵਿਊ ਕਰਨੀ ਹੈ, ਜੇ ਚੀਫ ਸੈਕਟਰੀ ਦਾ ਪੀਐਨ ਤੁਹਾਨੂੰ ਕਹਦੇ ਵੀ ਨਹੀਂ ਜਾਣਾ ਅੰਦਰ, ਤੁਸੀਂ ਜਾ ਕੇ ਦਿਖਾਓ। ਬਿਲਕੁਲ ਨਹੀਂ, ਫਿਰ ਅਥਾਰਟੀ ਹੋ ਗਿਆ ਨਾ, ਤਾਂ ਹੀ ਤੁਸੀਂ ਦਿਆ ਹੋਵੇ ਚਾਹੇ ਹੈ। ਫਿਰ ਤੁਸੀਂ ਕੀ ਕਰੋਗੇ, ਤੁਸੀਂ ਪੀਏ ਨੂੰ ਕਹੋਗੇ, ਉਹ ਕਹੋ ਜੀ ਮੈਨੂੰ ਤਾਂ ਦੱਸਿਆ ਨਹੀਂ ਹੋਇਆ। ਫਿਰ ਤੁਸੀਂ ਕਹੋ ਜੀ ਉਹਨਾਂ ਨੂੰ ਤੁਸੀਂ ਫੋਨ ਕਰੋ ਜੀ ਮੈਂ ਨਹੀਂ ਫੋਨ ਕਰ ਸਕਦਾ, ਮੇਰੇ ਬੌਸ ਨੇ ਐਂ ਨਹੀਂ ਮੈਂ ਕਰ ਸਕਦਾ। ਫਿਰ ਤੁਸੀਂ ਉਹਨਾਂ ਨੂੰ ਫੋਨ ਕਰੋਗੇ ਸਰ ਤੁਹਾਡਾ ਟਾਈਮ ਲਿਆ ਸੀ, ਸਾਨੂੰ ਅੰਦਰ ਆਉਣ ਦੀ ਦਿੱਕਤ ਆ ਰਹੀ ਹੈ। ਫਿਰ ਫਟਾਫਟ ਗੱਡੀ ਚਲਾ ਦੇਣਗੇ ਹੈ, ਆਪਦੇ ਪੀਏ ਨੂੰ ਕਹਿਣਗੇ ਉਹ ਫਲਾਣੇ ਲਾਡੂ ਕਾ ਜੀ ਆ ਰਹੇ ਨੇ, ਇਹਨੂੰ ਹੁਣੀ ਅੰਦਰ ਭੇਜ ਦਿਓ। ਫਿਰ ਤੁਹਾਨੂੰ ਆਪ ਲੈ ਕੇ ਜਾਣਗੇ। ਤੁਸੀਂ ਦੱਸੋ ਉਸੇ ਬੰਦੇ ਨੂੰ ਜਿਹਨੂੰ ਉੱਥੇ ਖੜਾ ਰਹੇ ਨੇ ਉਸ ਨੂੰ ਆਪ ਅੰਦਰ ਲੈ ਕੇ ਜਾ ਰਹੇ ਨੇ, ਇਹ ਕਿਉਂ ਹੁੰਦਾ ਭਲਾ? ਇਹ ਪ੍ਰੋਟੋਕਾਲ ਹੈ। ਜਦੋਂ ਉਹਨੂੰ ਪਤਾ ਲੱਗਿਆ ਵੀ ਇਹਨੇ ਅੰਦਰ ਜਾਣਾ ਹੈ ਉਦੋਂ ਇੱਜ਼ਤ ਮਾਨ ਨਾਲ ਲੈ ਕੇ ਦਿਓ। ਜਿੰਨਾ ਚਿਰ ਉਹਨੂੰ ਪਤਾ ਕਿ ਵੀ ਮੈਂ ਆਪੇ ਨਹੀਂ ਭੇਜਣਾ ਉਹਨਾਂ ਚਿਰ ਨਹੀਂ ਭੇਜਦਾ। ਗਿਆਨੀ ਜੈਲ ਸਿੰਘ ਜੀ ਨੇ ਕਿਹਾ ਸੀ, ਲੋਕ ਕਹਿੰਦੇ ਨੇ ਨਾ ਵੀ ਉਹ ਤਾਂ ਜੀ ਪੜ੍ਹੇ ਹੋਏ ਕਿੰਨੇ ਕੁ ਸੀਗੇ, ਉਹ ਪ੍ਰੈਜ਼ੀਡੈਂਟ ਆਫ ਇੰਡੀਆ ਸੀਗੇ। ਸਾਡੀ ਇੱਕ ਕਾਨਫਰੰਸ ਸੀ ਦਿੱਲੀ ਡਾਕਟਰਾਂ ਦੀ ਵੀ ਇਹ ਜੰਗ ਨਹੀਂ ਹੋਣਾ ਚਾਹੀਦਾ, ਅਮਨ 'ਤੇ ਸੀ। ਉਹ ਉਹਨਾਂ ਨੇ ਇਨਾਗੂਰੇਟ ਕਰਨੀ ਸੀ। ਉਹ ਕਹਿੰਦੇ ਦੇਖੋ ਆ ਪੁਲਿਸ ਵਾਲਿਆਂ ਦਾ ਕੀ ਹੈ, ਇਹਨਾਂ ਤੋਂ ਐਵੇਂ ਬਹੁਤਾ ਨਾ ਚਿੰਤਾ ਕਰਿਆ ਕਰੋ, ਇਹ ਹੁਣ ਮੈਂ ਮੇਰਾ ਬੂਟ ਵੀ ਤਸਮੇ ਵੀ ਆ ਬੰਨ੍ਹਦੇ ਨੇ, ਕੱਲ੍ਹ ਨੂੰ ਮੈਂ ਪ੍ਰੈਜ਼ੀਡੈਂਟ ਜਿਹੜਾ ਹੋ ਸਕਦਾ ਮੇਰੀ ਪੱਗ ਹੀ ਲਾ ਦੇਣਾ। ਇਹ ਉਹਨਾਂ ਨੂੰ ਪਤਾ ਸੀ ਵੀ ਪ੍ਰੋਟੋਕੋਲ ਕੀ ਹੈ। ਪ੍ਰੋਟੋਕੋਲ ਹੈ ਕੁਰਸੀ ਦੀ, ਇਹ ਮੰਤਰੀ ਬਣ ਗਏ, ਇਹਨਾਂ ਦੀ ਆਪਦੀ ਇੱਕ ਪ੍ਰੋਟੋਕੋਲ ਹੈ। ਇਹਨਾਂ ਨੂੰ ਵੀ ਜੇ ਕਿਸੇ ਸੰਵਿਧਾਨ ਨੇ ਅਧਿਕਾਰ ਦਿੱਤਾ ਨਾ ਮੰਤਰੀ ਬਣ ਕੇ ਜਾਣ ਦਾ ਉੱਥੇ, ਅਤੇ ਇਸੇ ਤਰ੍ਹਾਂ ਵਾਈਸ ਚਾਂਸਲਰ ਨੂੰ ਵੀ ਸੰਵਿਧਾਨ ਨੇ ਅਧਿਕਾਰ ਦਿੱਤਾ ਜਨਾਬ। ਵਾਈਸ ਚਾਂਸਲਰ ਆਪੇ ਹੀ ਨਹੀਂ ਬੈਠਾ। ਸੋ ਜੇ ਤੁਸੀਂ ਸੰਵਿਧਾਨ ਦੀ ਅਥਾਰਟੀ ਨੂੰ ਤੋੜੋਗੇ ਤਾਂ ਫਿਰ ਤੁਹਾਡੀ ਕਿੱਥੋਂ ਰਹੇਗੀ। ਇੱਕ ਲਾਸਟ ਗੱਲ ਕਹਿ ਕੇ ਸੁਣਾ ਦਿੰਦਾ ਮੈਂ ਤੁਹਾਨੂੰ। ਇੱਕ ਵਾਰੀ ਹਾਈ ਕੋਰਟ 'ਚ ਕੋਈ ਕੇਸ ਸੀ ਸਰਕਾਰ ਦਾ, ਜਵਾਬ ਉਹਦਾ ਫਾਈਲ ਹੋਣਾ ਸੀ। ਮੈਂ ਸੁਪਰੀਮ ਕੋਰਟ 'ਚ ਗਿਆ ਹੋਇਆ ਸੀ ਕਿਸੇ ਕੇਸ ਦੀ ਸਰਕਾਰ ਦੇ 'ਚ। ਮੈਨੂੰ ਫੋਨ ਗਿਆ ਕਿ ਜੀ ਸਰ ਅੱਜ ਤਾਂ ਜੁਰਮਾਨਾ ਪੈ ਜਾਣਾ ਕੇਸ 'ਤੇ ਜੇ ਜਵਾਬ ਨਾ ਫਾਈਲ ਕਰਿਆ। ਮੈਂ ਕੋਈ ਨਹੀਂ ਤਾਂ ਕੇਸ ਹੀ ਡਿਸਮਿਸ ਹੋ ਜਾਣਾ। ਉਹ ਮੇਰਾ ਜਿਹੜਾ ਸਹਾਇਕ ਸੀ ਉਹ ਕਹਿੰਦਾ ਸਰ ਇਹ ਕਿੱਦਾਂ? ਮੈਂ ਸੁਪਰੀਮ ਕੋਰਟ ਦਾ ਫੈਸਲਾ ਆਪਣੇ ਹੱਕ 'ਚ ਹੈ ਪੁਰਾਣਾ, ਕਿ ਕਹਿੰਦੀ ਫਿਰ ਉਹ ਨਹੀਂ। ਮੈਂ ਕਿਹਾ ਜੇ ਸੁਪਰੀਮ ਕੋਰਟ ਦਾ ਫੈਸਲਾ ਹਾਈ ਕੋਰਟ ਨਹੀਂ ਮੰਨੂ, ਕੋਰਟਾਂ ਛੱਡਣਗੀਆਂ ਕਿਵੇਂ? ਕਹਿ ਕੇ ਦਿਖਾਉਣਗੇ ਅਸੀਂ ਨਹੀਂ ਸੁਪਰੀਮ ਕੋਰਟ ਦਾ ਮੰਨਦੇ। ਭਾਈ ਉਤਲੇ ਦੀ ਗੱਲ ਮੰਨੀ ਦੀ ਹੈ। ਤੁਸੀਂ ਆਪਦੇ ਮੈਨੇਜਰ ਦਾ, ਤੁਸੀਂ ਆਪਦੇ ਚੈਨਲ ਨੂੰ ਕਹਿ ਕੇ ਦਿਖਾਓ ਮੈਂ ਨਹੀਂ ਕਰਦਾ। ਇੱਕ ਅੱਧੇ ਦਿਨ ਤਾਂ ਚੱਲ ਜਾਂਦੀ ਮਾੜੀ ਮੋਟੀ ਗੱਲ, ਇਹ ਸਿਸਟਮ ਕਿਵੇਂ ਚੱਲੂਗਾ? ਸੋ ਇਸ ਕਰਕੇ ਜਿਨ੍ਹਾਂ ਨੂੰ ਪਤਾ ਹੈ ਔਰ ਉਹ ਸੱਚੀ ਗੱਲ ਹੋਈ, ਅਸੀਂ ਸੁਪਰੀਮ ਕੋਰਟ ਦਾ ਕੋਰਟ ਕਰਿਆ, ਸਾਡੇ ਵਕੀਲ ਨੇ ਨਾ ਦਿਆਂ ਕੇ ਡਿਸਮਿਸ ਕਿ ਜੀ ਸੁਪਰੀਮ ਕੋਰਟ ਦਾ ਫੈਸਲਾ ਇੱਦਾਂ ਦਾ। ਸਮਝੀਏ ਹੁਣ। ਸੋ ਮੰਤਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਮੰਤਰੀ ਹੋ, ਤੁਸੀਂ ਕੋਈ ਡਾਕਟਰ ਨਹੀਂ ਹੈਗੇ, ਤੁਸੀਂ ਕੋਈ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਤੁਸੀਂ ਕਦੇ ਪਿੰਡ ਦੇ ਸਰਪੰਚ ਤੱਕ ਨਹੀਂ ਰਹੇ, ਪਰ ਤੁਸੀਂ ਮੰਤਰੀ ਬਣ ਗਏ, ਤੁਹਾਨੂੰ ਕਿਸੇ ਸੰਵਿਧਾਨ ਨੇ ਬਣਾਤਾ। ਠੀਕ ਹੈ, ਇੱਦਾਂ ਹੀ ਉਹ ਵਾਈਸ ਚਾਂਸਲਰ ਵੀ ਸੰਵਿਧਾਨ ਨੇ ਬਣਾਇਆ ਹੋਇਆ। ਡਾਕਟਰ ਸਾਹਿਬ ਤੁਸੀਂ ਇਸ ਅਹਿਮ ਵਿਸ਼ੇ 'ਤੇ ਸਾਡੇ ਨਾਲ ਗੱਲ ਕੀਤੀ ਹੈ ਜੀ, ਬਹੁਤ ਸ਼ੁਕਰੀਆ, ਧੰਨਵਾਦ ਜੀ। ਇਸ ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ, ਜਿਹੜੇ ਕਿ ਉਸੇ ਯੂਨੀਵਰਸਿਟੀ ਦੇ ਵਿੱਚ ਇੱਕ ਅਧਿਕਾਰੀ ਵਜੋਂ ਵੀ ਉਹਨਾਂ ਨੇ ਕੰਮ ਕੀਤਾ ਔਰ ਆਪਣੇ ਪੇਸ਼ੇ ਵਜੋਂ ਵੀ ਸੇਵਾਵਾਂ ਦਿੱਤੀਆਂ ਨੇ। ਬੇਬਾਕੀ ਦੇ ਨਾਲ ਉਹਨਾਂ ਨੇ ਗੱਲਾਂ ਰੱਖੀਆਂ ਨੇ, ਪਰ ਇੱਥੇ ਸਭ ਨੂੰ ਪ੍ਰੋਟੋਕੋਲ ਦੇ ਅਨੁਸਾਰ, ਸੰਵਿਧਾਨ ਦੇ ਅਨੁਸਾਰ ਜੋ ਜ਼ਿੰਮੇਵਾਰੀ ਬਣੀਆਂ ਨੇ, ਜੋ ਮਿਲੀਆਂ ਨੇ, ਉਸ ਨੂੰ ਨਿਭਾਉਣਾ ਚਾਹੀਦਾ। ਤਾਂ ਹੀ ਹੈ ਜਿਹੜਾ ਇੱਕ ਸਿਸਟਮ ਸਹੀ ਤਰੀਕੇ ਦੇ ਨਾਲ ਚਲਾਇਆ ਜਾ ਸਕਦਾ ਔਰ ਚੱਲ ਸਕਦਾ। ਕਿਸੇ ਨੂੰ ਵੀ ਕਿਸੇ ਦੇ ਕੰਮ 'ਚ ਦਖਲ ਉਸ ਤਰੀਕੇ ਨਾਲ ਨਹੀਂ ਦੇਣਾ ਚਾਹੀਦਾ ਜਿਸ ਦੀ ਸੰਵਿਧਾਨ ਆਗਿਆ ਨਹੀਂ ਦਿੰਦਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।